Hello everyone, welcome to Law Deck coaching classes. This is Chinu Sharma and today I'm going to discuss with you a very important general awareness topic that is really very important for all state level judiciary examinations. So there is a recent trend that in all judiciary examinations you expect 4 to 5 minimum questions on general awareness topic. So general awareness ਦੇ ਅੰਦਰ ਜਿਹੜਾ ਟੌਪਿਕ ਸਭ ਤੋਂ ਜ਼ਰੂਰੀ ਹੈ ਕਵਰ ਕਰਨਾ that is union budget. So ਅੱਜ ਆਪਾਂ ਇਸ ਲੈਕਚਰ ਦੇ ਅੰਦਰ in Punjabi language I'll be taking up recent latest 2022-23 union budget. Also, if you're visiting my channel for the first time, please do subscribe to it. Press the bell icon to get all recent videos notifications. Please do subscribe and also share it with your friends and family. So now starting with union budget. Union budget ਜਿਹਨੂੰ ਆਪਾਂ ਸੰਵਿਧਾਨ ਦੀ ਗੱਲ ਕਰਦੇ ਆ ਆਪਣੇ ਕਨਸਟੀਟਿਊਸ਼ਨ ਦੀ ਤਾਂ ਉਹਦੇ ਅੰਦਰ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਾ ਨਾਮ ਦਿੱਤਾ ਗਿਆ ਯੂਨੀਅਨ ਬਜਟ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਅੰਦਰ ਸਰਕਾਰ ਦੇ ਜੋ ਵੀ ਇੱਕ ਪਾਰਟਿਕੂਲਰ ਸਾਲ ਦੇ ਆਉਣ ਵਾਲੇ ਜਿੱਥੇ ਜਿੱਥੇ ਖਰਚਾ ਹੋ ਸਕਦਾ ਹੈ ਐਕਸਪੈਂਡੀਚਰ ਜਿੱਥੋਂ ਜਿੱਥੋਂ ਉਹਨੂੰ ਆਮਦਨੀ ਹੋ ਸਕਦੀ ਹੈ ਰਿਸੀਪਟਸ ਹੋ ਸਕਦੀਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਪੂਰਾ ਹਿਸਾਬ ਕਿਤਾਬ ਇਸ ਬਜਟ ਦੇ ਅੰਦਰ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਐਨੂਅਲ ਸਾਲਾਨਾ ਫਾਈਨੈਂਸ਼ੀਅਲ ਸਟੇਟਮੈਂਟ। ਤੇ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਸੰਵਿਧਾਨ ਦੀ ਤਾਂ ਉਹਦੇ ਲਈ ਆਰਟੀਕਲ 112 ਹੈ ਜਿਹੜਾ ਸਿੱਧਾ ਡਾਇਰੈਕਟਲੀ ਇਸ ਦੀ ਗੱਲ ਕਰਦਾ ਹੈ ਤੇ ਉਹਦੇ ਵਿੱਚ ਜਿਹੜਾ ਨਾਮ ਹੈ ਉਹ ਬਜਟ ਨਹੀਂ ਯੂਜ਼ ਕੀਤਾ ਹੋਇਆ that is annual financial statement. ਸੋ ਹੁਣ ਇੱਕ ਵਾਰੀ ਆਪਾਂ ਰੀਡ ਕਰ ਲੈਂਦੇ ਆ ਆਰਟੀਕਲ 112 ਕੀ ਕਹਿ ਰਿਹਾ। So Article 112 of the Constitution of India lays down that it is a statement of estimated expenditure ਜਿੰਨਾ ਆਉਣ ਵਾਲੇ ਇੱਕ ਸਾਲ ਸਰਕਾਰ ਦਾ ਖਰਚਾ ਹੋ ਸਕਦਾ ਹੈ। ਸੋ ਉਸ ਚੀਜ਼ ਨੂੰ ਆਪਣੇ ਦਿਮਾਗ 'ਚ ਪਹਿਲਾਂ ਹੀ ਸਰਕਾਰ ਲੈ ਕੇ ਚੱਲਦੀ ਹੈ ਤੇ ਜਿੱਥੋਂ ਵੀ ਰਿਸੀਵਡ ਹੋ ਸਕਦੀਆਂ ਨੇ ਸਰਕਾਰ ਨੂੰ of the government for a particular year. Budget keeps the account of finances of government for the fiscal year. ਕਿਹੜਾ fiscal year ਮੰਨਦੇ ਆਪਾਂ 1 ਅਪ੍ਰੈਲ ਤੋਂ 31 ਮਾਰਚ ਤੱਕ ਦਾ। ਬਜਟ 1 ਫਰਵਰੀ ਨੂੰ ਪ੍ਰੈਜ਼ੈਂਟ ਕੀਤਾ ਗਿਆ। 2016 ਸਾਲ ਤੱਕ ਜਿਹੜਾ ਬਜਟ ਸੀ ਉਹ ਫਰਵਰੀ ਮਹੀਨੇ ਦਾ ਜਿਹੜਾ ਆਖਰੀ ਵਰਕਿੰਗ ਡੇ ਹੁੰਦਾ ਸੀ ਉਦੋਂ ਪ੍ਰੈਜ਼ੈਂਟ ਕੀਤਾ ਜਾਂਦਾ ਸੀ ਪਰ 2016 ਤੋਂ ਇਹਦੀ ਇੱਕ ਪੱਕੀ ਡੇਟ ਤੈਅ ਕਰਤੀ 1 ਫੈਬਰਰੀ। ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਦੇ ਲਈ so that it can materialize before commencement of new financial year ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਾਰਚ ਨੂੰ ਖਤਮ ਹੁੰਦਾ ਹੈ। 2017 ਦੇ ਵਿੱਚ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੇਂਜ ਲਿਆਂਦੀ ਗਈ ਬਜਟ ਦੇ ਵਿੱਚ 92 ਸਾਲ ਪੁਰਾਣਾ ਇੱਕ ਟ੍ਰੈਡੀਸ਼ਨ ਕਸਟਮ ਚੱਲਦਾ ਆ ਰਿਹਾ ਸੀ ਰੇਲਵੇ ਬਜਟ ਵਾਲਾ। ਸੋ 2017 ਦੇ ਵਿੱਚ ਜਿਹੜਾ ਰੇਲਵੇ ਬਜਟ ਹੈ ਉਹ ਅਲੱਗ ਤੋਂ ਪੇਸ਼ ਨਹੀਂ ਕੀਤਾ ਜਾਂਦਾ ਉਹਨੂੰ ਯੂਨੀਅਨ ਬਜਟ ਦੇ ਵਿੱਚ ਹੀ ਮਰਜ ਕਰਤਾ ਤੇ ਹੁਣ ਦੋਨਾਂ ਨੂੰ ਇਕੱਠੇ ਟੁਗੇਦਰ presented. Another important thing ਜਿਹੜਾ ਬਜਟ ਹੈ ਉਹਨੂੰ ਲਾਗੂ ਹੋਣ ਤੋਂ ਪਹਿਲਾਂ ਲੋਕ ਸਭਾ ਦੇ ਵਿੱਚੋਂ ਪਾਸ ਹੋਣਾ ਪੈਂਦਾ ਹੈ very important thing to remember. Budget has to be passed by the ਲੋਕ ਸਭਾ before it can come into effect. ਤੇ ਜਿਹੜਾ ਯੂਨੀਅਨ ਬਜਟ ਹੈ ਉਹ ਦੋ ਤਰ੍ਹਾਂ ਦਾ ਉਹਦੇ ਵਿੱਚ ਆਪਾਂ ਦੋ ਹਿੱਸੇ ਕਰਦੇ ਆ ਦੋ ਦੀ ਕੈਟੇਗਰਾਈਜੇਸ਼ਨ ਕਰਦੇ ਆ ਇੱਕ ਹੈ ਰੈਵਨਿਊ ਦੂਜਾ ਹੈ ਕੈਪੀਟਲ। ਨੈਕਸਟ ਇੰਪੋਰਟੈਂਟ ਥਿੰਗ ਜਿਹੜਾ ਪਾਰਲੀਮੈਂਟ ਹੈ ਉਹਦੇ ਵਿੱਚ ਬਜਟ ਅਲੱਗ-ਅਲੱਗ ਸਟੇਜਿਸ ਦੇ ਥਰੂ ਪਾਸ ਹੁੰਦਾ ਹੈ। ਸੋ ਇਹ ਨਹੀਂ ਕਿ ਬਜਟ ਤਿਆਰ ਕੀਤਾ ਪੇਸ਼ ਕੀਤਾ ਖਤਮ। ਬਜਟ ਇੱਕ ਪੂਰਾ ਦਾ ਪੂਰਾ ਬਣਾਉਣ ਦੇ ਲਈ ਫਿਰ ਉਹਦੀ ਪੂਰੀ ਇੰਪਲੀਮੈਂਟੇਸ਼ਨ ਦੇ ਲਈ ਉਹਨੂੰ ਇਨਫੋਰਸ ਕਰਨ ਦੇ ਲਈ ਬਹੁਤ ਅਲੱਗ-ਅਲੱਗ ਸਟੈਪਸ ਹੁੰਦੇ ਨੇ ਜਿਹੜੇ ਫੋਲੋ ਕਰਨੇ ਆ। ਸਭ ਤੋਂ ਪਹਿਲਾਂ ਤਾਂ ਬਜਟ ਨੂੰ ਪੇਸ਼ ਕੀਤਾ ਜਾਂਦਾ ਹੈ। ਨੰਬਰ 2 ਜਨਰਲ ਡਿਸਕਸ਼ਨ ਹੁੰਦੀ ਹੈ ਸਕ੍ਰੂਟਨੀ ਕੀਤੀ ਜਾਂਦੀ ਹੈ ਜਿਹੜੀ ਅਲੱਗ-ਅਲੱਗ ਡਿਪਾਰਟਮੈਂਟਲ ਕਮੇਟੀਜ਼ ਨੇ ਉਹ ਸਾਰੀਆਂ ਦੇਖਦੀਆਂ ਨੇ ਕਿ ਬਜਟ ਦੇ ਵਿੱਚ ਜਿਹੜਾ ਅਮਾਉਂਟਸ ਐਲੋਕੇਟ ਕੀਤੀਆਂ ਨੇ ਉਹ ਸਾਰੀਆਂ ਸਹੀ ਨੇ
ਅਸੀਂ ਉਸ ਤਰੀਕੇ ਨਾਲ ਕੰਮ ਕਰ ਪਾਵਾਂਗੇ। ਵੋਟਿੰਗ ਔਨ ਡਿਮਾਂਡ ਫॉर ਗ੍ਰਾਂਟ, then passing of appropriation bill, passing of finance bill। ਸੋ ਇਹ 6 ਸਟੇजेस ਨੇ ਜਿਨ੍ਹਾਂ ਦੇ ਥਰੂ ਬਜਟ ਪਾਸ ਹੁੰਦਾ ਹੈ ਫਿਰ ਫਾਈਨਲਾਈਜ਼ ਹੁੰਦਾ ਹੈ। ਜਿਹੜੀ ਬਜਟ ਡਿਵੀਜ਼ਨ ਹੈ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਦੀ, ਜੋ ਫਾਈਨੈਂਸ ਮਿਨਿਸਟਰੀ ਦੇ ਅੰਦਰ ਕੰਮ ਕਰਦੀ ਹੈ ਮੇਨ ਬਜਟ ਤਿਆਰ ਕਰਨ ਦੇ ਲਈ, ਉਹ ਬਾਡੀ ਹੈ ਜੋ ਰਿਸਪੌਂਸਿਬਲ ਹੈ। ਸੋ ਇਹ ਨਾਮ ਵੀ ਤੁਹਾਨੂੰ ਐਗਜ਼ਾਮ ਦੇ ਲਈ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਦ ਬਜਟ ਡਿਵੀਜ਼ਨ ਆਫ the Department of Economic Affairs in the Ministry of Finance। So now let's come to our latest budget। So ਹੁਣ ਆਪਾਂ one by one ਦੇਖਾਂਗੇ ਇਹਦੇ ਅੰਦਰ ਮੇਨ ਕਿਹੜੀ ਚੀਜ਼ਾਂ ਨੂੰ ਫੋਕਸ ਕੀਤਾ ਗਿਆ, ਮੇਨ ਥੀਮ ਕਿਹੜਾ ਲੈ ਕੇ ਚੱਲ ਰਹੇ ਨੇ। ਸੋ ਜਿਹੜਾ ਯੂਨੀਅਨ ਬਜਟ ਹੈ 2022-23 ਦਾ, ਇਹ ਮੈਕਰੋ ਲੈਵਲ ਦੀ ਗਰੋਥ ਉੱਤੇ ਫੋਕਸ ਕਰ ਰਿਹਾ ਹੈ। ਸੋ ਇਹ ਆਪਣੇ ਨਾਲ ਕਹਿ ਰਿਹਾ ਕਿ ਮੈਂ ਮਾਈਕਰੋ ਇਕਨੋਮਿਕ ਲੈਵਲ ਦੀ ਜਿਹੜੀ ਲੋਕਾਂ ਦੇ ਮੇਨ ਵੈਲਫੇਅਰ ਦੀ, ਛੋਟੇ ਗਰਾਊਂਡ ਲੈਵਲ ਦਾ ਸਾਰਾ ਵੈਲਫੇਅਰ ਹੈ ਉਹਨੂੰ ਲੈ ਕੇ ਚੱਲੂ ਨਾਲ, ਪਰ ਉਹਦੇ ਥਰੂ ਚੱਲਦੇ ਹੋਏ ਮੇਨ ਜਿਹੜੀ ਓਵਰਆਲ ਵੱਡੇ ਬਿਗਰ ਲੈਵਲ ਦੀ ਇਕਨੋਮਿਕ ਗਰੋਥ ਦੇਖਣ ਦੀ ਗੱਲ ਕਰ ਰਿਹਾ ਹੈ ਇਸ ਸਾਲ ਦਾ ਬਜਟ। ਸੋ ਯੂਨੀਅਨ ਬਜਟ 2022-23 ਸੀਕਸ ਟੂ ਕੰਪਲੀਮੈਂਟ, ਸੋ ਇਹ ਕਹਿ ਰਿਹਾ ਕਿ ਮੈਂ ਨਾਲ ਮਿਲਾ ਕੇ ਚੱਲਣਾ ਹੈ ਵੱਡੇ ਲੈਵਲ ਦੀ, ਜਿਹੜੀ ਆਪਣੀ ਕਾਰਪੋਰੇਟ ਵਰਲਡ, ਵੱਡੇ ਵੱਡੇ ਕੰਪਨੀਜ਼ ਦੀ ਗੱਲ ਕਰਦੇ ਆਪਾਂ, ਆਈਟੀ ਸੈਕਟਰ ਹੋ ਗਿਆ ਜਾਂ ਹੋਰ ਜਿੰਨੀ ਵੀ ਇੰਡਸਟਰੀਜ਼, ਜਿੰਨੀ ਵੀ ਮੈਕਰੋ ਇਕਨੋਮਿਕ ਲੈਵਲ ਦੀ ਗਰੋਥ ਹੈ, ਨਾਲ ਵਿਦ ਅ ਫੋਕਸ ਔਨ ਮਾਈਕਰੋ ਇਕਨੋਮਿਕ ਲੈਵਲ ਆਲ ਇਨਕਲੂਸਿਵ ਵੈਲਫੇਅਰ। ਸੋ ਇਹਦਾ ਮਤਲਬ ਹੈ ਕਿ ਜਿਹੜੇ ਛੋਟੇ ਲੈਵਲ ਦੇ ਕੋਈ ਆਪਾਂ ਕਾਰਪੋਰੇਟ ਲੋਕਾਂ ਦੀ ਗੱਲ ਕਰ ਰਹੇ ਹਾਂ, ਜਾਂ ਕੋਈ ਸੈਲਫ ਇੰਪਲੋਇਡ ਵਰਕਰਸ ਨੇ, ਜਾਂ ਕੋਈ ਹੈਂਡੀਕ੍ਰਾਫਟ ਇੰਡਸਟਰੀਜ਼ ਵਾਲੇ ਨੇ, ਕੋਈ ਹੋਰ ਜਿੰਨੇ ਵੀ ਛੋਟੇ ਲੈਵਲ ਦੇ ਲੋਕ ਨੇ, ਉਹਨਾਂ ਦੀ ਆਪਾਂ ਨੇ ਆਲ ਇਨਕਲੂਸਿਵ ਵੈਲਫੇਅਰ ਦੀ ਗੱਲ ਕਰ ਰਹੇ ਹਾਂ ਉਰੇ। ਸੋ ਦੋਨਾਂ ਨੂੰ ਮਿਲਾ ਕੇ ਚੱਲਣਾ ਪਹਿਲੀ ਚੀਜ਼। ਦੂਜੇ ਨੰਬਰ ਤੇ ਜਿਹੜਾ ਬਜਟ ਹੈ ਉਹ ਕਹਿ ਰਿਹਾ ਕਿ ਅੰਮ੍ਰਿਤ ਕਾਲ ਵੱਲ ਜਾਣਾ ਆਪਾਂ ਨੇ ਅਗਲੇ 25 ਸਾਲਾਂ ਦੇ ਅੰਦਰ। ਸੋ ਹੁਣ ਆਪਾਂ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, 75 ਇਅਰਸ ਆਫ ਇੰਡੀਪੈਂਡੈਂਸ, ਇਹ ਆਪਣੀ ਇਕਨੋਮਿਕ ਸਰਵੇ, ਬਜਟ, ਇਹ ਪੂਰੇ ਸਾਲ ਦਾ ਹਾਈਲਾਈਟ ਚੱਲ ਰਿਹਾ ਮੇਨ ਭਾਰਤ ਸਰਕਾਰ ਦੇ ਦੁਆਰਾ। ਸੋ ਇੰਡੀਅਨ ਗਵਰਨਮੈਂਟ ਨੇ ਕਿਹਾ ਹੈ ਇਸ ਬਜਟ ਦੇ ਥਰੂ ਕਿ ਇੱਕ ਇੰਨੀ ਸਟਰੋਂਗ ਆਪਾਂ ਨੇ ਨੀਂਹ ਰੱਖਣੀ ਹੈ ਕਿ ਆਉਣ ਵਾਲੇ ਜਿਹੜੇ 25 ਸਾਲ ਨੇ ਉਹ ਸਾਰਿਆਂ ਨੂੰ ਯਾਦ ਰਹਿਣ। ਆਪਾਂ ਨੇ ਇੰਨੀ ਚੰਗੀ ਤਰ੍ਹਾਂ ਪੂਰੇ ਦੇਸ਼ ਦੀ upliftment ਕਰਨੀ ਹੈ, ਟਰਾਂਸਫੋਰਮੇਸ਼ਨ ਕਰਨੀ ਹੈ। So the budget aims to lay a strong foundation to steer the Indian economy। ਦੇਸ਼ ਦੀ ਆਰਥਿਕ ਹਾਲਤ ਨੂੰ ਆਪਾਂ ਨੇ ਇੰਨਾ ਜ਼ਿਆਦਾ ਸਟਰੋਂਗ ਕਰਨਾ ਹੈ towards Amrit Kal for the next 25 years, from India at 75 years to India at 100। ਜਦੋਂ ਦੇਸ਼ ਨੂੰ 100 ਸਾਲ ਹੋ ਜਾਣਗੇ ਆਜ਼ਾਦ ਹੋਏ ਨੂੰ, ਉਦੋਂ ਦੇਸ਼ ਦੀ ਪੂਰੀ ਜਿਹੜੀ ਇੱਕ ਕਹਿ ਸਕਦੇ ਹਾਂ ਆਪਾਂ ਪਹਿਚਾਣ ਹੈ, ਪੂਰਾ ਉਹਦਾ ਆਊਟਲੁੱਕ ਹੈ, ਉਹ ਇੰਨਾ ਜ਼ਿਆਦਾ ਸਟਰੋਂਗ ਵਧੀਆ ਹੋਣਾ ਚਾਹੀਦਾ ਹੈ। ਸੋ ਇਸੇ ਆਊਟਲੁੱਕ ਨੂੰ 100 ਜਿਹੜਾ ਸਾਲ ਦਾ ਟਾਰਗੇਟ ਹੈ ਦੇਸ਼ ਦੀ ਆਜ਼ਾਦੀ ਦਾ, 100ਵਾਂ ਸਾਲ ਹੋਊਗਾ, ਤੇ ਆਉਣ ਵਾਲੇ 25 ਸਾਲ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨਗੇ। ਸੋ ਇਸੇ ਚੀਜ਼ ਨੂੰ ਦਿਮਾਗ ਵਿੱਚ ਰੱਖਦੇ ਹੋਏ ਯੂਨੀਅਨ ਬਜਟ ਨੇ ਮੇਨ ਫੋਕਸ ਕੀਤਾ ਹੈ ਕਿ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹਨੂੰ ਆਪਾਂ ਨੇ ਕਿਵੇਂ ਮੈਕਰੋ ਤੇ ਮਾਈਕਰੋ ਲੈਵਲ ਨੂੰ ਇਕੱਠੇ ਚਲਾ ਕੇ ਆਪਾਂ ਨੇ ਗਰੋ ਕਰਨਾ ਹੈ। ਸੋ ਇਹ ਹੈ ਬੇਸਿਕ ਥੀਮ ਇਸ ਸਾਲ ਦੇ ਯੂਨੀਅਨ ਬਜਟ ਦਾ। ਜਿਹੜਾ ਬਜਟ ਹੈ ਉਹ 4 ਮੇਨ ਪਿਲਰਸ ਉੱਤੇ ਫੋਕਸ ਕਰ ਰਿਹਾ ਹੈ, ਤੇ ਜਿਹੜਾ ਪਹਿਲਾ ਪਿਲਰ ਹੈ ਇਹ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਜਿਹੜਾ ਆਪਣਾ ਬਿਲਕੁਲ ਇੰਟਰੋਡਕਟਰੀ ਪਾਰਟ ਸੀ ਇਸ ਲੈਕਚਰ ਦਾ, ਉਹਦੇ ਅੰਦਰ ਵੀ ਦੱਸਿਆ ਸੀ, ਉਹ ਹੈ ਪ੍ਰਾਈਮ ਮਿਨਿਸਟਰ ਦੀ ਗਤੀ ਸ਼ਕਤੀ ਯੋਜਨਾ। ਦੂਜੀ ਇਨਕਲੂਸਿਵ ਡਿਵੈਲਪਮੈਂਟ, ਸਾਰਿਆਂ ਨੂੰ ਮਿਲਾ ਕੇ ਚੱਲਣ ਵਾਲੀ ਡਿਵੈਲਪਮੈਂਟ। ਤੀਜੀ ਪ੍ਰੋਡਕਟਿਵਿਟੀ ਇਨਹੈਂਸਮੈਂਟ, ਸਨਰਾਈਜ਼ ਅਪੋਰਚੁਨਿਟੀ। ਫੂਡ ਫਾਰਮਾ ਜਿਹੜੀਆਂ ਇਹ ਇੰਡਸਟਰੀਜ਼ ਨੇ, ਫੂਡ ਪ੍ਰੋਡਕਸ਼ਨ ਇੰਡਸਟਰੀਜ਼ ਨੇ, ਇਹਨਾਂ ਵਿੱਚ ਜ਼ਿਆਦਾ ਗਰੋਥ। ਦੈਨ ਐਨਰਜੀ ਟ੍ਰਾਂਜੀਸ਼ਨ, ਮੇਨ ਚੀਜ਼ ਕਲਾਈਮੇਟ ਐਕਸ਼ਨ, ਕਲਾਈਮੇਟ ਚੇਂਜ, ਕਲਾਈਮੇਟ ਐਕਸ਼ਨ, ਇਸ ਤਰ੍ਹਾਂ ਚੀਜ਼ਾਂ ਆਪਾਂ ਅੱਗੇ ਵੀ ਪੜਾਂਗੇ। ਕੋਈ ਵੀ ਤੁਸੀਂ ਦੇਖੋ ਇੰਟਰਨੈਸ਼ਨਲ ਲੈਵਲ ਤੇ ਕਾਨਫਰੰਸ ਹੁੰਦੀ ਹੈ, ਸਮਿਟ ਹੁੰਦਾ ਹੈ, ਉੱਥੇ ਹਰ ਦੇਸ਼ ਦਾ ਜਿਹੜਾ ਮੇਨ ਹੈਡ ਹੈ, ਜਿਵੇਂ ਇੰਡੀਆ ਨੂੰ ਜਦੋਂ ਪ੍ਰਾਈਮ ਮਿਨਿਸਟਰ ਨੇ ਵੀ ਰੀਸੈਂਟਲੀ COP ਦੇ ਵਿੱਚ ਜਿਹੜੀ ਕਾਨਫਰੰਸ ਆਫ ਪਾਰਟੀ ਹੁੰਦੀ ਹੈ ਉਹਦੇ ਵਿੱਚ ਰੈਪਰੈਜ਼ੈਂਟ ਕੀਤਾ ਸੀ, ਤਾਂ ਉੱਥੇ ਬਾਰ-ਬਾਰ ਦੇਸ਼ ਦੇ ਅੰਦਰ ਆਪਾਂ ਕਾਰਬਨ ਇਮਿਸ਼ਨ ਨੂੰ ਕਿਵੇਂ ਘਟਾ ਸਕਦੇ ਹਾਂ, 에ਅਰ ਪੋਲਿਊਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ, ਉਹ ਚੀਜ਼ਾਂ ਦੀ ਗੱਲ ਆਉਂਦੀ ਹੈ। ਕਿਉਂਕਿ ਜੇ ਆਪਾਂ ਆਉਣ ਵਾਲੇ 25 ਸਾਲਾਂ ਦੀ ਗੱਲ ਕਰਦੇ ਹਾਂ ਕਿ ਆਪਾਂ ਨੇ ਦੇਸ਼ ਦੇ 100ਵੇਂ ਆਜ਼ਾਦੀ ਦੇ ਸਾਲ ਤੱਕ ਪੂਰੀ ਇੱਕ ਪਹਿਚਾਣ, ਪੂਰੀ ਆਊਟਲੁੱਕ ਬਦਲਣੀ ਹੈ, ਉਹਦੇ ਲਈ
ਮੇਨ ਜਿਹੜੀ ਚੀਜ਼ ਰੋਲ ਅਦਾ ਕਰਦੀ ਹੈ ਉਹ ਹੈ ਕਲਾਈਮੇਟ ਐਕਸ਼ਨ। ਸੋ ਕਲਾਈਮੇਟ ਵਾਤਾਵਰਣ ਜੇ ਆਪਾਂ ਸੰਭਾਲ ਕੇ ਰੱਖਾਂਗੇ ਤਾਂ ਹੀ ਆਪਾਂ ਆਉਣ ਵਾਲੇ ਸਾਲਾਂ ਦੇ ਵਿੱਚ ਗਰੋ ਕਰ ਪਾਵਾਂਗੇ। ਸੋ ਕਲਾਈਮੇਟ ਐਕਸ਼ਨ ਇਸ ਸਾਲ ਦੇ ਬਜਟ ਦਾ ਇੱਕ ਬਹੁਤ ਹੀ ਜ਼ਿਆਦਾ ਮੇਜਰ ਹਾਈਲਾਈਟ ਹੈ। ਇਹਦੇ ਅੰਦਰ ਮੈਂ ਤੁਹਾਨੂੰ ਜਿਹੜੇ ਵੀ ਪੁਆਇੰਟ ਕਰਵਾਉਂਗੀ ਉਹ ਤੁਸੀਂ ਬਹੁਤ ਧਿਆਨ ਦੇ ਨਾਲ ਸਮਝਣੇ ਆ ਤੇ ਯਾਦ ਕਰਨੇ ਆ। ਲਾਸਟ ਵਿੱਚ ਚੌਥਾ ਮੇਨ ਪਿਲਰ ਹੈ ਫਾਈਨੈਂਸਿੰਗ ਆਫ ਇਨਵੈਸਟਮੈਂਟ। ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਉਹਨਾਂ ਦੇ ਲਈ ਜਿਹੜੇ ਛੋਟੇ ਵਪਾਰੀ ਨੇ ਘੱਟ ਇੰਟਰਸਟ ਉੱਤੇ ਅਲੱਗ-ਅਲੱਗ ਸਕੀਮਸ ਦੇ ਥਰੂ ਫਾਈਨੈਂਸਿੰਗ ਹੈਲਪ ਕੀਤੀ ਜਾਊਗੀ। ਫਾਈਨੈਂਸ ਦਿੱਤੇ ਜਾਣਗੇ, ਲੋ ਇੰਟਰਸਟ ਰੇਟ ਦੇ ਉੱਤੇ ਲੋਨਸ ਦਿੱਤੇ ਜਾਣਗੇ, ਬਜਟਿੰਗ ਦੇ ਵਿੱਚ ਹੈਲਪ ਕਰਵਾਈ ਜਾਊਗੀ। ਬਾਕੀ ਜਿਹੜੇ ਬਿਗ ਕਾਰਪੋਰੇਟ ਸੈਕਟਰ ਵਾਲੇ ਨੇ ਉਹਨਾਂ ਨੂੰ ਵੀ ਪ੍ਰਾਈਵੇਟਾਈਜੇਸ਼ਨ ਦੇ ਵੱਲ ਜ਼ਿਆਦਾ ਲਿਆਂਦਾ ਜਾਊਗਾ। ਸੋ ਇਸ ਤਰੀਕੇ ਦੇ ਨਾਲ ਸਰਕਾਰ ਹੈ ਜਿਹੜੀ ਉਹ ਆਪ ਮੇਨ ਜਿਹੜੇ ਕੋਰ ਏਰੀਆਜ਼ ਨੇ ਉਹਨਾਂ ਉੱਤੇ ਫੋਕਸ ਕਰ ਪਾਊਗੀ। ਸੋ ਨੈਕਸਟ ਨੂੰ ਆਪਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਟੌਪ ਇਕਨੋਮਿਕ ਇੰਡੀਕੇਟਰ। ਕੋਈ ਵੀ ਆਉਣ ਵਾਲਾ ਐਗਜ਼ਾਮ ਹੈ, ਚਾਹੇ ਕੋਈ ਪੀਪੀਐਸਸੀ ਦੁਆਰਾ ਕੰਡਕਟ ਕੀਤਾ ਜਾਊਗਾ, ਯੂਪੀਐਸਸੀ ਦਾ, ਫॉर दैट मैटर एनी अदर एग्जाम, ਤੁਹਾਨੂੰ ਇੱਕ ਜਾਂ ਦੋ ਕੁਐਸਚਨ ਇਸੇ ਟੌਪਿਕ ਦੇ ਵਿੱਚੋਂ ਦੇਖਣ ਨੂੰ ਮਿਲਣਗੇ। ਡਾਇਰੈਕਟਲੀ ਉੱਥੇ ਤੁਹਾਨੂੰ ਪੁੱਛਿਆ ਜਾਊਗਾ ਕਿੰਨੀ ਪ੍ਰੋਜੈਕਟਡ ਜੀਡੀਪੀ ਹੈ, ਰੈਪੋ ਰੇਟ ਕਿੰਨੀ ਹੈ ਐਸ ਪਰ ਯੂਨੀਅਨ ਬਜਟ, ਦੈਨ ਇਨਫਲੇਸ਼ਨ ਦੀ ਕਿੰਨੀ, ਸੀਪੀਆਈ ਇਨਫਲੇਸ਼ਨ ਦੀ ਕਿੰਨੀ ਪਰਸੈਂਟੇਜ ਰਹੀ ਹੈ। ਸੋ ਇਹ ਜਿਹੜੇ ਫਿਗਰਸ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਇਹਨਾਂ ਨੂੰ ਬਾਰ-ਬਾਰ ਰਿਵਾਈਜ਼ ਕਰਨਾ ਹੈ, ਚਾਹੇ ਲਿਖ ਕੇ ਦੇਖੋ। ਤੁਹਾਨੂੰ ਇਹ ਜਿਹੜੇ ਨੰਬਰਸ ਨੇ ਐਸ ਸੱਚ ਨਿਊਮੈਰਿਕਸ ਨੇ ਬਿਲਕੁਲ ਟਿਪਸ ਤੇ ਹੋਣੇ ਚਾਹੀਦੇ ਆ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਇਹ ਆਪਾਂ ਨੇ ਸਟਾਰਟਿੰਗ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਇਸ ਟੌਪਿਕ ਦੀ ਸ਼ੁਰੂਆਤ ਕੀਤੀ ਸੀ, ਕਿਉਂਕਿ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦੈਟ ਇਜ਼ ਜੀਡੀਪੀ ਗਰੋਥ ਰੇਟ ਕਿੰਨੀ ਹੈ। ਜਿਹੜੀ ਪ੍ਰੋਜੈਕਟਡ ਜੀਡੀਪੀ ਗਰੋਥ ਰੇਟ ਹੈ 2022-23 ਸਾਲ ਦੇ ਲਈ, ਜੋ ਸਰਕਾਰ ਦੀ ਪੂਰੀ ਕੋਸ਼ਿਸ਼ ਰਹਿਣ ਵਾਲੀ ਹੈ ਕਿ ਅਸੀਂ ਇਹਨੂੰ ਅਚੀਵ ਕਰਨਾ ਹੈ, ਉਹ ਹੈ 8 ਤੋਂ 8.5% ਦੀ। ਸੋ ਇਹ ਜਿਹੜੀ ਫਿਗਰ ਹੈ ਇਹ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦੈਨ ਡੈਫਿਸਿਟ, ਸਰਕਾਰ ਦਾ ਕੁੱਲ ਖਰਚਾ ਕਿੰਨਾ ਹੋਇਆ, ਉਹਦੇ ਜਦੋਂ ਆਪਾਂ ਇਨਕਮ ਮਾਈਨਸ ਕਰਦੇ ਆ ਤਾਂ ਇੱਕ ਜਿਹੜਾ ਡਿਫਰੈਂਸ ਨਿਕਲ ਕੇ ਆਉਂਦਾ ਉਹਦਾ ਨਾਮ ਹੁੰਦਾ ਹੈ ਫਿਸਕਲ ਡੈਫਿਸਿਟ। ਸੋ ਜਿਹੜਾ ਫਿਸਕਲ ਡੈਫਿਸਿਟ ਹੈ 2022-23 ਦਾ, that is estimated at 6.4% of GDP। ਕੈਪੀਟਲ ਐਕਸਪੈਂਡੀਚਰ, ਕੈਪੀਟਲ ਚੀਜ਼ਾਂ ਉੱਤੇ ਖਰਚਾ ਜਿਹੜੀ ਸਰਕਾਰ ਨੂੰ ਲੌਂਗ ਟਰਮ ਦੇ ਵਿੱਚ ਵਾਪਸ ਮਿਲਦਾ, ਜਿਹਦਾ ਰਿਜ਼ਲਟ ਸਰਕਾਰ ਨੂੰ ਹੀ ਬੈਨੀਫਿਟ ਮਿਲਦਾ ਹੈ। ਸੋ ਉਸ ਤਰ੍ਹਾਂ ਦੇ ਜਿਹੜੇ ਕੈਪੀਟਲ ਐਕਸਪੈਂਡੀਚਰ ਨੇ ਉਹਨਾਂ ਦੇ ਵਿੱਚ ਕੈਪੀਟਲ ਆਊਟਲੇ, ਜਿਹੜਾ ਬਜਟਰੀ ਆਊਟਲੇ ਰੱਖਿਆ ਹੈ, ਪੈਸਾ ਰਾਸ਼ੀ ਰੱਖੀ ਗਈ ਹੈ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਾਰਪਲੀ ਇਨਕਰੀਜ਼ ਕੀਤਾ ਗਿਆ। ਸੋ 5.54% ਕਰੋੜ ਤੋਂ ਜਿਹੜੀ ਅਮਾਊਂਟ ਇਨਕਰੀਜ਼ ਕੀਤੀ ਹੈ that is 7.50 ਲੱਖ ਕਰੋੜ। ਸੋ 5.54 ਲੱਖ ਕਰੋੜ ਤੋਂ 7.50 ਲੱਖ ਕਰੋੜ ਕੀਤੀ ਗਈ ਹੈ ਫॉर द ईयर 2022-23। ਜੇ ਆਪਾਂ ਪਰਸੈਂਟੇਜ ਦੀ ਗੱਲ ਕਰੀਏ, ਤੁਹਾਨੂੰ ਐਗਜ਼ਾਮ ਵਿੱਚ ਕੱਲੀ ਪਰਸੈਂਟੇਜ ਵੀ ਪੁੱਛ ਸਕਦੇ ਨੇ, that is 35.4% ਇਨਕਰੀਜ਼। ਰੈਪੋ ਰੇਟ, ਆਰਬੀਆਈ ਨੇ ਜਿਹੜਾ ਆਪਣਾ ਟੌਪ ਏਪੈਕਸ ਬੈਂਕ ਹੈ ਇੰਡੀਆ ਦਾ, ਸੈਂਟਰਲ ਬੈਂਕ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਉਹਨੇ ਰੈਪੋ ਰੇਟ ਨੂੰ ਚੇਂਜ ਨਹੀਂ ਕੀਤਾ, ਉਹ ਰੱਖੀ ਹੈ 4% ਹੀ। ਮਈ 2020 ਤੋਂ ਇਹ 4% ਹੀ ਚੱਲ ਰਹੀ ਹੈ। ਰੈਪੋ ਰੇਟ ਬਾਰ-ਬਾਰ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ, ਸਪੈਸ਼ਲੀ ਜਿਹੜੇ ਸਟੂਡੈਂਟ ਪੀਪੀਐਸਸੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਚਾਹੇ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੈ, ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਹੈ, ਇਸ ਤਰ੍ਹਾਂ ਦੇ ਰੇਟ ਤੁਹਾਨੂੰ ਜ਼ਰੂਰ ਐਗਜ਼ਾਮ 'ਚ ਦੇਖਣ ਨੂੰ ਮਿਲਣਗੇ। FDI, ਫੋਰਨ ਡਾਇਰੈਕਟ ਇਨਵੈਸਟਮੈਂਟ, ਨੈਟ FDI ਇਨਫਲੋ ਹੈ ਜਿਹੜਾ that is $24.7 ਬਿਲੀਅਨ ਫॉर April-November 2021। ਸੋ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ, ਪਿਛਲੇ ਸਾਲ ਦੀ 2020 ਦਾ ਜਿਹੜਾ ਇੱਕ ਪੀਰੀਅਡ ਸੀ ਉਹਦੇ ਵਿੱਚ 29.5% ਸੀ। ਸੋ ਹੁਣ ਹੈ 24.7 ਬਿਲੀਅਨ। ਸੋ ਜਿਹੜਾ 29.5% ਹੈ ਇਹ ਦੱਸਿਆ ਗਿਆ ਕਿ ਇੰਨਾ ਘੱਟ ਹੈ, ਲੋਅਰ ਹੈ ਉਸ ਪੀਰੀਅਡ ਤੋਂ। ਨੈਕਸਟ ਹੈ ਇਨਫਲੇਸ਼ਨ, CPI। ਜਿਹੜੀ CPI ਇਨਫਲੇਸ਼ਨ ਹੈ ਇਹ ਐਵਰੇਜ ਹੈ 5.2%। ਇਹ ਫਿਗਰ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਕੋਈ ਖਾਣ ਵਾਲੀਆਂ ਚੀਜ਼ਾਂ ਦੇ ਵੀ ਰੇਟ ਵੱਧਦੇ ਨੇ, ਕੋਈ ਆਪਣੇ ਫਿਊਲਸ ਦੇ ਰੇਟ ਵੱਧਦੇ ਨੇ, ਪੈਟਰੋਲ ਦੇ, ਡੀਜ਼ਲ ਦੇ, ਤਾਂ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਨ CPI ਉੱਤੇ ਅਫੈਕਟ ਕਰਦੀਆਂ ਨੇ। ਸੋ ਉਹ ਹੈ 5.2%। ਤੇ ਲਾਸਟ ਇਕਨੋਮਿਕ ਇੰਡੀਕੇਟਰ ਹੈ ਮਰਕੈਂਡਾਈਜ਼ ਐਕਸਪੋਰਟ। ਸੋ ਇਹ ਵਧੇ ਨੇ, ਐਕਸਪੈਂਡ ਹੋਏ ਨੇ 49.7% to $301.4 billion
very important figure to remember। ਸੋ ਨੈਕਸਟ ਹੁਣ ਆਪਾਂ ਸਟਾਰਟ ਕਰ ਰਹੇ ਹਾਂ ਵਨ ਬਾय ਵਨ ਟੌਪਿਕਸ ਦੇ ਅੰਦਰ ਮੇਨ ਕਿਹੜੀਆਂ ਗੱਲਾਂ ਹਾਈਲਾਈਟ ਹੋ ਰਹੀਆਂ ਨੇ ਯੂਨੀਅਨ ਬਜਟ ਦੇ ਅੰਦਰ। ਸੋ ਸਭ ਤੋਂ ਪਹਿਲਾਂ ਟੈਕਸੇਸ਼ਨ। ਇਹਦੇ ਵਿੱਚ ਮਿਡਲ ਕਲਾਸ ਨੂੰ ਸਪੈਸ਼ਲੀ ਕੋਈ ਵੀ ਰਿਲੀਫ ਨਹੀਂ ਮਿਲਿਆ ਹੈ। ਜੇ ਆਪਾਂ ਪਰਸਨਲ ਇਨਕਮ ਦੀ ਗੱਲ ਕਰੀਏ ਤਾਂ ਪਰਸਨਲ ਇਨਕਮ ਟੈਕਸ ਸਲੈਬ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਪੁਆਇੰਟ ਨੂੰ ਹਾਈਲਾਈਟ ਕਰ ਲਓ। ਉਸ ਤੋਂ ਬਾਅਦ ਜੋ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਸੀ ਕਿ ਸਰਕਾਰ ਨੇ ਜਿਹੜੀਆਂ ਅੱਜ ਕੱਲ੍ਹ ਪ੍ਰਾਈਵੇਟ ਪਲੈਟਫਾਰਮਸ ਚੱਲ ਰਹੇ ਨੇ, ਡਿਜੀਟਲ ਕਰੰਸੀਜ਼ ਚੱਲ ਰਹੀਆਂ ਨੇ, ਉਹਨਾਂ ਨੂੰ ਦੇਖਦੇ ਹੋਏ ਇੱਕ ਵਰਚੁਅਲ ਡਿਜੀਟਲ ਐਸੈਟ ਲਾਂਚ ਕੀਤਾ ਹੈ। ਸਰਕਾਰ ਨੇ ਪ੍ਰਪੋਜ਼ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਡਿਜੀਟਲ ਰੁਪੀ ਇਸ਼ੂ ਕਰੂਗੀ, ਜਿਹਨੂੰ ਸੈਂਟਰਲ ਬੈਂਕ ਡਿਜੀਟਲ ਕਰੰਸੀ ਦਾ ਨਾਮ ਵੀ ਦਿੱਤਾ ਜਾਊਗਾ। ਇਹ ਜਿਹੜੀ ਰੈਗੂਲੇਟ ਹੋਊਗੀ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਕੋਰਡਿੰਗ ਹੀ ਰੈਗੂਲੇਟ ਕੀਤੀ ਜਾਊਗੀ ਤੇ ਇਹ ਲਾਂਚ ਹੋ ਜੂਗੀ 2022-23 ਸਾਲ ਦੇ ਅੰਦਰ। ਐਡੀਸ਼ਨਲੀ ਜਿਹੜਾ ਬਜਟ ਹੈ ਉਹਨੇ ਕਿਹਾ ਕਿ ਜਿੰਨੀਆਂ ਵੀ ਇਹ ਕਰੰਸੀਜ਼ ਨੇ, ਇਹ ਡਿਜੀਟਲ ਕਰੰਸੀਜ਼ ਨੇ, ਇਹਨਾਂ ਉੱਤੇ ਟੈਕਸ ਲੱਗੂਗਾ 30% ਦਾ। ਚਾਹੇ ਕਿਸੇ ਨੂੰ ਉਹਦੇ ਤੋਂ ਫਾਇਦਾ ਹੋ ਰਿਹਾ, ਨੁਕਸਾਨ ਹੋ ਰਿਹਾ, it does not matter, you have to pay a tax of 30% on virtual asset। ਜੇ ਕੋਈ ਵੀ ਇਹ ਵਰਚੁਅਲ ਅਸੈਟ ਖਰੀਦ ਰਿਹਾ, ਇਹ ਡਿਜੀਟਲ ਰੁਪੀ ਖਰੀਦ ਰਿਹਾ ਤਾਂ ਉਹਨੂੰ ਉਹਦੇ ਉੱਤੇ 30% ਟੈਕਸ ਦੇਣਾ ਪਊਗਾ। ਇਹ ਜਿਹੜਾ ਨੰਬਰ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹਦਾ ਮੇਨ ਮਕਸਦ ਹੈ ਸਰਕਾਰ ਦਾ ਕਿ ਜਿਹੜਾ ਪ੍ਰਾਈਵੇਟ ਕ੍ਰਿਪਟੋ ਕਰੰਸੀਜ਼ ਨੇ, ਨਾਨ ਫੰਜੀਬਲ ਟੋਕਨਸ ਨੇ, ਉਹਨਾਂ ਦੀ ਟ੍ਰੇਡਿੰਗ ਨੂੰ ਲੀਗਲਾਈਜ਼ ਕੀਤਾ ਜਾਵੇ, ਇਫੈਕਟਿਵਲੀ ਲੈਜੀਟਿਮਾਈਜ਼ ਕੀਤਾ ਜਾਵੇ। ਉਸ ਤੋਂ ਬਾਅਦ ਇੱਕ TDS 1% ਦਾ ਲਿਵਾਏ ਕੀਤਾ ਜਾਊਗਾ। ਕੋਈ ਵੀ ਟ੍ਰਾਂਜੈਕਸ਼ਨ ਜਿਹੜੇ ਇੱਕ ਪਾਰਟਿਕੂਲਰ ਥ੍ਰੈਸ਼ਹੋਲਡ ਤੋਂ ਉੱਪਰ ਜਾਣਗੀਆਂ, ਕੋਈ ਵੀ ਡਿਡਕਸ਼ਨ ਐਗਜ਼ੰਪਸ਼ਨ ਇਹਦੇ ਵਿੱਚ ਅਲਾਉਡ ਨਹੀਂ ਹੋਊਗੀ। ਕਿਸੇ ਨੂੰ ਲਾਸ ਹੋ ਰਹੀ ਹੈ ਟ੍ਰਾਂਸਫਰ ਤੋਂ, ਉਹਨੂੰ ਕਿਸੇ ਹੋਰ ਇਨਕਮ ਦੇ ਨਾਲ ਤੁਸੀਂ ਸੈਟ ਆਫ ਨਹੀਂ ਕਰ ਸਕਦੇ। ਜਿਵੇਂ ਆਮ ਤੌਰ ਤੇ ਕੀ ਹੁੰਦਾ, ਜਦੋਂ ਆਪਾਂ ਇਨਕਮ ਟੈਕਸ ਭਰਦੇ ਹਾਂ, ਰਿਟਰਨ ਭਰਦੇ ਹਾਂ, ਤਾਂ ਆਪਾਂ ਕਈ ਵਾਰੀ ਕਿਸੇ ਹੋਰ ਚੀਜ਼ ਦੇ ਨਾਲ ਆਪਾਂ ਦਿਖਾ ਦਿੰਦੇ ਹਾਂ ਵੀ ਸਾਨੂੰ ਉਰੇ ਲਾਸ ਹੋਇਆ, ਆਪਾਂ ਸੈਟ ਆਫ ਦੇ ਕਲੌਜ਼ਸ ਨੂੰ ਉੱਥੇ ਫੋਲੋ ਕਰ ਲੈਂਦੇ ਹਾਂ। ਪਰ ਉਰੇ ਜੇ ਆਪਾਂ ਡਿਜੀਟਲ ਕਰੰਸੀ ਦੀ ਗੱਲ ਕਰਾਂਗੇ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਤੁਹਾਨੂੰ ਘਾਟਾ ਹੋ ਰਿਹਾ, ਵਾਧਾ ਹੋ ਰਿਹਾ, ਤੁਹਾਨੂੰ ਲਾਸ ਹੋ ਰਿਹਾ, ਪ੍ਰੋਫਿਟ ਹੋ ਰਿਹਾ, ਤੁਹਾਨੂੰ ਟੈਕਸ ਦੇਣਾ ਹੀ ਦੇਣਾ ਪੈਣਾ। ਕਿਸੇ ਵੀ ਹੋਰ ਇਨਕਮ ਦੇ ਨਾਲ ਤੁਸੀਂ ਉਹਨੂੰ ਸੈਟ ਆਫ ਨਹੀਂ ਕਰ ਸਕਦੇ, ਸੈਟਲ ਡਾਊਨ ਨਹੀਂ ਕਰ ਸਕਦੇ। ਡਿਜੀਟਲ ਕਰੰਸੀ ਇਨ ਅ ਮੇਜਰ ਪੁਸ਼ ਫॉर ਡਿਜੀਟਲ ਕਰੰਸੀ, ਦ ਡਿਜੀਟਲ ਰੁਪੀ ਲਾਂਚ ਕੀਤਾ ਜਾਊਗਾ, ਇਸ਼ੂ ਕੀਤਾ ਜਾਊਗਾ। ਬਲੌਕਚੇਨ ਟੈਕਨੋਲੋਜੀ ਤੇ ਹੋਰ ਟੈਕਨੋਲੋਜੀਜ਼, ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਜਿੰਨੀਆਂ ਵੀ ਨੇ, ਉਹਨਾਂ ਨੂੰ ਵਰਤ ਕੇ ਤੇ ਇਹਨੂੰ ਕੌਣ ਰੈਗੂਲੇਟ ਕਰੂਗਾ? ਰੈਗੂਲੇਟਿੰਗ ਅਥਾਰਟੀ ਦਾ ਨਾਮ, ਆਈ ਰਿਪੀਟ, ਵੈਰੀ ਇੰਪੋਰਟੈਂਟ ਫॉर ਆਲ ਐਗਜ਼ਾਮ। ਸੋ ਇਹ ਹੈ RBI ਸਟਾਰਟਿੰਗ 2022 ਤੇ। ਇੱਕ ਹੋਰ ਨਵੀਂ ਪ੍ਰੋਵੀਜ਼ਨ ਵੀ ਆਈ ਹੈ ਅਪਡੇਟਡ ਰਿਟਰਨ ਦੀ। ਸੋ ਬਜਟ ਨੇ ਕਿਹਾ ਕਿ ਜੋ ਵੀ ਟੈਕਸ ਪੇਅਰ ਨੇ ਜਿਨ੍ਹਾਂ ਨੇ ਕੋਈ ਅਪਡੇਟਡ ਰਿਟਰਨ, ਕਿਸੇ ਵੀ ਅਲੱਗ ਐਡੀਸ਼ਨਲ ਟੈਕਸ ਨਹੀਂ ਭਰਿਆ, ਉਹਦੀ ਪੇਮੈਂਟ ਕਰਨੀ ਹੈ, ਤਾਂ ਉਹਦੇ ਲਈ ਅਪਡੇਟਡ ਰਿਟਰਨ, ਜੇ ਕੋਈ ਤੁਹਾਡੀ ਗਲਤੀ ਹੋ ਗਈ ਤਾਂ ਉਹਨੂੰ ਸੁਧਾਰਨ ਦੇ ਲਈ ਰਿਟਰਨ ਦੇ ਅੰਦਰ ਜੇ ਤੁਸੀਂ ਨਵੀਂ ਅਪਡੇਟ ਕਰਕੇ ਸਹੀ ਕਰਕੇ ਆਪਣੀ IT ਰਿਟਰਨ ਭਰਨੀ ਹੈ ਤਾਂ ਉਹਦੇ ਲਈ 2 ਸਾਲ ਦਾ ਟਾਈਮ ਪੀਰੀਅਡ ਦਿੱਤਾ ਗਿਆ ਹੈ। ਸੋ ਇੱਕ ਬਹੁਤ ਹੀ ਮੇਜਰ ਰਿਲੈਕਸੇਸ਼ਨ ਦਿੱਤੀ ਗਈ ਹੈ। ਸੋ ਇਹ ਜਿਹੜੀ ਨਿਊ ਪ੍ਰੋਵੀਜ਼ਨ ਹੈ ਇਹਦੇ ਅੰਦਰ 2 ਸਾਲ ਦਾ ਟਾਈਮ ਪੀਰੀਅਡ, ਇਹ ਵੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇੱਕ ਵਾਰੀ ਆਪਾਂ ਰੀਡ ਕਰ ਲੈਂਦੇ ਹਾਂ ਇਹ ਨਵੀਂ ਪ੍ਰੋਵੀਜ਼ਨ ਕੀ ਕਹਿ ਰਹੀ ਹੈ। New provision of updated return. Budget proposes a new provision permitting taxpayer to file an updated return on payment of additional tax. This updated return can be filed within 2 years from the end of relevant assessment year. Very important time period to remember. Next we'll talk about finance. ਸੋ ਇੱਕ ਨਵੀਂ ਸਕੀਮ ਜੋ ਬਹੁਤ ਹੀ ਜ਼ਿਆਦਾ ਬਜਟ ਦੇ ਵਿੱਚ ਹਾਈਲਾਈਟ ਹੋ ਰਹੀ ਹੈ, that is ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਬਜਟ ਦੇ 4 ਪਿਲਰਸ ਦੇ ਅੰਦਰ ਇੱਕ ਪਿਲਰ ਹੈ ਫਾਈਨੈਂਸਿੰਗ, ਇਨਵੈਸਟਮੈਂਟਸ। ਸੋ ਇਹ ਉਸੇ ਸਕੀਮ, ਉਸੇ ਪਿਲਰ ਨੂੰ ਹਾਈਲਾਈਟ ਕਰ ਰਹੀ ਹੈ। ਜਿੰਨੇ ਵੀ ਛੋਟੇ ਬਿਜ਼ਨਸਮੈਨ ਨੇ, ਸਮਾਲ ਮੀਡੀਅਮ ਸਾਈਜ਼ ਬਿਜ਼ਨਸ ਨੇ, ਉਹਨਾਂ ਨੂੰ ਐਕਸਟੈਂਡ ਕਰਨ ਦੇ ਲਈ ਮਾਰਚ 2023 ਤੱਕ ਇਹ ਇੱਕ ਕ੍ਰੈਡਿਟ ਲਾਈਨ ਗਰੰਟੀ ਸਕੀਮ ਲਿਆਂਦੀ ਗਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ, ਸਰਕਾਰ ਦੀ ਮੇਨ ਪ੍ਰਾਇੋਰਟੀ ਹੋਊਗੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਖਰਚੇ ਵਾਤਾਵਰਣ ਨੂੰ ਸਹੀ ਕਰਨ ਦੇ ਲਈ। ਸੋ ਐਨਰਜੀ ਟ੍ਰਾਂਜੀਸ਼ਨ ਤੇ ਕਲਾਈਮੇਟ ਐਕਸ਼ਨ ਦੇ ਲਈ ਵੀ ਫਾਈਨੈਂਸ ਪ੍ਰੋਪਰਲੀ ਟਾਈਮ ਟੂ ਟਾਈਮ ਫੰਡਸ ਐਲੋਕੇਟ ਕੀਤੇ ਜਾਣਗੇ।
ਦੈਨ ਪਬਲਿਕ ਇਸ਼ੂ ਆਫ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, ਇਹਨੂੰ ਵੀ ਆਪਾਂ ਜਲਦੀ ਐਕਸਪੈਕਟ ਕਰ ਸਕਦੇ ਹਾਂ। Initiatives from last year budget have been provided adequate allocation in this budget. Special Economic Zone Act ਨੂੰ ਇੱਕ ਨਵੀਂ legislation ਦੇ ਨਾਲ replace ਕੀਤਾ ਜਾਊਗਾ। ਸੋ ਜਿਹੜਾ ਆਪਾਂ ਬਾਰ-ਬਾਰ SEZs ਦੀ ਗੱਲ ਕਰਦੇ ਹਾਂ, ਹੁਣ ਇਹਨਾਂ ਨੂੰ replace ਕਰਕੇ ਜਲਦੀ ਹੀ ਇੱਕ ਨਵਾਂ ਐਕਟ ਲਿਆਂਦਾ ਜਾਊਗਾ। ਉਸ ਤੋਂ ਬਾਅਦ ਬੈਂਕਰਪਸੀ ਕੋਡ, ਜਿਹਦੇ ਵਿੱਚ ਟਾਈਮ ਟੂ ਟਾਈਮ ਅਮੈਂਡਮੈਂਟ ਆਉਂਦੀਆਂ ਨੇ, ਉਹਦੇ ਅੰਦਰ ਜਿਹੜਾ ਤਰੀਕਾ ਹੈ, ਕਿਸੇ ਵੀ ਵੱਡੀ ਆਰਗੇਨਾਈਜੇਸ਼ਨ ਦਾ ਕੋਈ ਦਿਵਾਲਿਆ ਨਿਕਲ ਜਾਂਦਾ ਹੈ, ਕੋਈ ਇਨਸੋਲਵੈਂਸੀ ਹੋ ਜਾਂਦੀ ਹੈ, ਉਸ ਚੀਜ਼ ਨੂੰ ਦੇਖਣ ਦੇ ਲਈ ਕਿ ਕੋਈ ਫਰਾਡ ਕਰਕੇ ਭਾਰਤ ਦੇ ਵਿੱਚੋਂ ਭੱਜ ਨਾ ਜਾਵੇ। ਸੋ ਇਹ ਜਿੰਨੀਆਂ ਵੀ ਬੈਂਕਰਪਸੀ ਇਨਸੋਲਵੈਂਸੀ ਦੀਆਂ ਗੱਲਾਂ ਹੁੰਦੀਆਂ ਨੇ, ਇਹਨਾਂ ਦਾ ਜਿਹੜਾ ਇੱਕ ਡਿਸੀਜਨ ਦਾ ਸਮਾਂ ਹੈ, ਉਹਨੂੰ ਹੋਰ ਜ਼ਿਆਦਾ ਸਪੀਡ ਅਪ ਕਰਨ ਦਾ, ਤੇਜ਼ ਕਰਨ ਦਾ ਇੱਕ ਨਵੀਂ ਚੇਂਜ ਲਿਆਂਦੀ ਗਈ ਹੈ ਇਸ ਕੋਡ ਦੇ ਅੰਦਰ। ਸੋ ਜਿਹਦੇ ਨਾਲ ਇਹ ਰੈਜ਼ੋਲੂਸ਼ਨ ਪ੍ਰੋਸੈਸ ਹੈ ਉਹਨੂੰ ਤੇਜ਼ ਕੀਤਾ ਜਾ ਸਕੇ। To amend bankruptcy code to speed up resolution process, aims to lower winding up of company. ਕੋਈ ਕੰਪਨੀ ਬਿਲਕੁਲ ਹੀ ਲਾਸ ਵਿੱਚ ਚਲੇਗੀ, ਘਾਟੇ ਚਲੇਗੀ, ਹੁਣ ਉਹਨੂੰ ਤੁਸੀਂ ਵਾਈਂਡ ਅਪ ਕਰਨਾ ਹੈ। ਸੋ ਵਾਈਂਡ ਅਪ ਕਰਨ ਦੇ ਲਈ ਜਿਹੜਾ ਟਾਈਮ ਪੀਰੀਅਡ ਹੈ, ਉਹ ਪਹਿਲਾਂ ਸੀ 2 ਸਾਲ ਦਾ, ਹੁਣ ਉਹਨੂੰ ਘਟਾ ਕੇ ਕਰਤਾ 6 ਮਹੀਨੇ ਦਾ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। aims to lower winding up of company to 6 months. ਸੋ ਇਹ ਵੀ ਇੱਕ ਪ੍ਰਪੋਜ਼ਲ ਰੱਖਿਆ ਗਿਆ। Then long term capital gain surcharge ਜਿਹੜੀ amount cap ਰੱਖੀ ਗਈ ਹੈ, that is 15%, very important. Next is infrastructure project. So ਹੁਣ ਜਦੋਂ ਆਪਾਂ infrastructure projects ਦੀ ਗੱਲ ਕਰਦੇ ਹਾਂ, ਤਾਂ ਸਰਕਾਰ ਨੇ ਜਿਹੜੇ ਵੱਡੇ ਲੈਵਲ ਦੇ ਪ੍ਰੋਜੈਕਟਸ ਨੇ, ਵੱਡੇ ਲੈਵਲ ਦੇ infrastructure projects ਨੇ, ਉਹਨਾਂ ਦੇ ਲਈ ਹੁਣ ਆਪਾਂ ਦੇਖ ਲੈਂਦੇ ਹਾਂ ਕਿਹੜੇ ਪ੍ਰੋਜੈਕਟ ਦੇ ਲਈ ਕਿੰਨੇ ਪੈਸੇ ਐਲੋਕੇਟ ਕੀਤੇ ਨੇ, ਜੋ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੇ ਡਾਇਰੈਕਟਲੀ ਤੁਸੀਂ ਜ਼ਿਆਦਾ ਟੈਕਨੀਕਲ ਉਹਦੇ ਵਿੱਚ ਨਹੀਂ ਜਾਣਾ, ਸਿੱਧਾ ਤੁਹਾਨੂੰ ਪੇਪਰ ਦੇ ਵਿੱਚ ਇਹ ਅਮਾਊਂਟਸ ਉੱਤੇ ਵੀ ਕਿਹੜੀ ਸਕੀਮ ਲਈ ਕਿੰਨੇ ਪੈਸੇ ਦੀ ਲਾਗਤ ਰੱਖੀ ਗਈ ਹੈ, ਉਹੀ ਬਜਟ ਦੇ ਵਿੱਚੋਂ ਕੁਐਸਚਨ ਬਣਦੇ ਨੇ। ਸੋ ਤੁਸੀਂ ਡਾਇਰੈਕਟਲੀ ਇਹ ਜਿਹੜੇ ਮੇਨ ਹਾਈਲਾਈਟਡ ਪੁਆਇੰਟਸ ਨੇ, ਇਹਨਾਂ ਉੱਤੇ ਹੀ ਫੋਕਸ ਕਰਨਾ ਹੈ। So now let's look into the amounts. In big infrastructure project, the government has proposed allocating 60,000 crore to Nal Se Jal scheme. Number 1, 5 river link project ਅਲੱਗ-ਅਲੱਗ states ਵਿੱਚ। ਤੀਜੇ ਨੰਬਰ ਤੇ 48,000 crore for PM housing scheme, boosting infrastructure development north east ਜਿਹੜਾ ਏਰੀਆ ਹੈ, ਉੱਥੇ infrastructure development ਨੂੰ ਜ਼ਿਆਦਾ ਤੋਂ ਜ਼ਿਆਦਾ ਬੂਸਟ ਕਰਨਾ ਹੈ। ਸੋ ਇਹ ਪਹਿਲਾ ਤਾਂ ਬਿਗ infrastructure project, ਜਿਹੜੇ ਵੱਡੇ ਲੈਵਲ ਦੇ ਪ੍ਰੋਜੈਕਟ ਲਗਾਏ ਜਾਣਗੇ, ਉਹਨਾਂ ਦੀ ਗੱਲ ਹੋ ਗਈ। ਅਗਲੀ ਗੱਲ ਹੋ ਰਹੀ ਹੈ ਟਰਾਂਸਪੋਰਟ। 400 ਐਨਰਜੀ ਐਫੀਸ਼ੀਐਂਟ ਟ੍ਰੇਨਸ ਮੈਨੂਫੈਕਚਰ ਕੀਤੀਆਂ ਜਾਣਗੀਆਂ ਅਗਲੇ 3 ਸਾਲਾਂ ਦੇ ਅੰਦਰ। ਜਿਹੜਾ ਨੈਸ਼ਨਲ ਹਾਈਵੇ ਨੈਟਵਰਕ ਹੈ, ਉਹਨੂੰ ਵਧਾਉਣਾ, 25,000 ਹੋਰ ਕਿਲੋਮੀਟਰ ਦੀਆਂ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹ ਤਿਆਰ ਕਰਨੇ ਨੇ 2022-23 ਸਾਲ ਦੇ ਅੰਦਰ। ਇੱਕ ਬੈਟਰੀ ਸਵਾਪਿੰਗ ਪਾਲਿਸੀ ਤਿਆਰ ਕਰਨੀ ਹੈ। ਬੈਟਰੀ ਸਵਾਪਿੰਗ ਪਾਲਿਸੀ ਦਾ ਮਤਲਬ ਹੈ ਕਿ ਜਿੰਨੇ ਵੀ EV ਚਾਰਜਿੰਗ ਸਟੇਸ਼ਨ ਨੇ ਆਟੋਮੋਬਾਈਲਸ ਨੂੰ, ਸੋ ਉਹਨਾਂ ਨੂੰ ਪੂਰਾ ਐਨਕਰੇਜ ਕੀਤਾ ਜਾਊਗਾ ਕਿ ਉਹ ਸਹੀ ਤਰੀਕੇ ਨਾਲ ਚੱਲ ਸਕਣ। ਬੈਟਰੀ ਸਵਾਪਿੰਗ ਪਾਲਿਸੀ ਟੂ ਅਲਾਉ EV ਚਾਰਜਿੰਗ ਸਟੇਸ਼ਨ ਫॉर ਆਟੋਮੋਬਾਈਲ, ਇਹਦਾ ਮੇਨ ਮਕਸਦ ਹੈ ਕਿ ਜਿਹੜੇ ਹੁਣ ਆਪਾਂ ਪੈਟਰੋਲ ਡੀਜ਼ਲ ਫਿਊਲਸ ਦੀ ਗੱਲ ਕਰਦੇ ਹਾਂ, ਸੋ ਉਸ ਚੀਜ਼ ਨੂੰ ਰਿਪਲੇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰੋਨਿਕ ਡਿਵਾਈਸਿਸ, ਇਲੈਕਟ੍ਰੋਨਿਕ ਟਰਾਂਸਪੋਰਟ ਵਹੀਕਲਸ ਨੂੰ ਲੋਕ ਐਨਕਰੇਜ ਕਰਨ। Then private sector will be encouraged to create sustainable and innovative business model for battery and energy as a service, improving efficiency in EV ecosystem. ਸੋ ਇਹ ਜਿਹੜਾ ਕੰਮ ਸੌਂਪਿਆ ਗਿਆ, ਉਹਦੇ ਲਈ ਪ੍ਰਾਈਵੇਟ ਸੈਕਟਰ ਨੂੰ ਮੇਨ ਕਿਹਾ ਗਿਆ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਬਿਜ਼ਨਸ ਮਾਡਲਸ ਲੈ ਕੇ ਆਉਣਗੇ, ਆਪਣੀ ਤੁਸੀਂ ਇਸ ਤਰੀਕੇ ਦੇ ਨਾਲ ਕ੍ਰੀਏਟੀਵਿਟੀ ਦਿਖਾਉਣੀ ਹੈ, ਇੱਕ ਇਨੋਵੇਸ਼ਨ ਦਿਖਾਉਣੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੈ, ਉਹਨੂੰ ਆਪਾਂ ਰਿਪਲੇਸ ਕਰਕੇ ਬੈਟਰੀ ਤੇ એનર્ਜੀ ਦੀ ਸਰਵਿਸ ਉਹਦੇ ਅੰਦਰ ਇਨਕਲੂਡ ਕਰ ਸਕੀਏ। ਨੈਕਸਟ ਹੈ ਟੈਲੀਕਾਮ। ਸਰਕਾਰ 5G ਆਕਸ਼ਨ ਬੋਲੀ ਲਗਾਉਗੀ 5G ਦੀ ਕੰਡਕਟ ਕਰਨ ਦੇ ਲਈ 2022 ਦੇ ਵਿੱਚ। So moving further with our most important infrastructure scheme and main highlight of this whole budget. So ਇਸ ਬਜਟ ਦਾ ਇੱਕ ਮੇਨ ਹਾਈਲਾਈਟ ਹੈ, ਉਹ ਹੈ ਨੈਸ਼ਨਲ ਮਾਸਟਰ ਪਲਾਨ for world class modern infrastructure. So union budget ਕਹਿ ਰਿਹਾ ਹੈ ਕਿ ਇੱਕ ਇਹੋ ਜਿਹੀ ਸਕੀਮ ਹੈ, ਇੱਕ ਇਹੋ ਜਿਹਾ ਮਾਸਟਰ ਪਲਾਨ ਹੈ ਜਿਹਦੇ ਨਾਲ
ਆਉਣ ਵਾਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਸ ਤਰ੍ਹਾਂ ਦੇ ਐਕਸਪ੍ਰੈਸ ਵੇਜ਼ ਤਿਆਰ ਕੀਤੇ ਜਾਣਗੇ ਕਿ ਪੂਰੀ ਦੁਨੀਆ ਭਰ ਦੇ ਵਿੱਚੋਂ ਇੰਡੀਆ ਦਾ ਇਨਫਰਾਸਟ੍ਰਕਚਰ ਸਭ ਤੋਂ ਜ਼ਿਆਦਾ ਵਰਲਡ ਕਲਾਸ ਮਾਡਰਨ ਲੈਵਲ ਦਾ ਹੋਵੇ। ਸੋ ਇਹਦਾ ਨਾਮ ਹੈ ਪੀਐਮ ਗਤੀ ਸ਼ਕਤੀ। ਸੋ ਪੀਐਮ ਗਤੀ ਸ਼ਕਤੀ ਇਹ ਤੁਸੀਂ ਦੇਖ ਸਕਦੇ ਹੋ, ਇਹਦੇ ਕੁਝ ਇੰਪੋਰਟੈਂਟ ਹਾਈਲਾਈਟਸ ਨੇ। ਸੋ 100 ਪੀਐਮ ਗਤੀ ਸ਼ਕਤੀ ਟਰਮੀਨਲਸ ਆਉਣ ਵਾਲੇ 3 ਸਾਲਾਂ ਅੰਦਰ ਸੈਟਅਪ ਕੀਤੇ ਜਾਣਗੇ। ਪਬਲਿਕ ਇਨਵੈਸਟਮੈਂਟ ਉੱਤੇ ਜ਼ਿਆਦਾ ਤੋਂ ਜ਼ਿਆਦਾ ਫੋਕਸ ਕੀਤਾ ਜਾਊਗਾ। ਦੈਨ ਮਲਟੀ ਮਾਡਲ ਅਪਰੋਚ ਅਪਣਾਈ ਜਾਊਗੀ। ਆਲਸੋ ਜਿਹੜੀ ਪੀਐਮ ਗਤੀ ਸ਼ਕਤੀ ਹੈ ਇਹ ਦੇਸ਼ ਦੀ ਆਰਥਿਕ ਹਾਲਤ ਦੇ ਵਿੱਚ ਜੌਬ ਅਪੋਰਚੁਨਿਟੀਜ਼ ਕ੍ਰੀਏਟ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਦਊਗੀ, ਸਪੈਸ਼ਲੀ ਫॉर द ਯੂਥ। ਬਾਕੀ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਹੋਈਆਂ ਨੇ, ਜਿਵੇਂ ਕੰਪਲੀਟਿੰਗ 25,000 ਕਿਲੋਮੀਟਰ ਨੈਸ਼ਨਲ ਹਾਈਵੇ ਜੋ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ, ਯੂਨੀਫਾਈਡ ਲੌਜਿਸਟਿਕ ਇੰਟਰਫੇਸ ਪਲੇਟਫਾਰਮ, ਓਪਨ ਸੋਰਸ ਮੋਬਿਲਿਟੀ ਸਟੈਕ, integration of postal and railway network, one station, one product, 400 new generation Vande Bharat train in number 400 बहुत important है एग्जाम के लिए। Then multimodal connectivity, urban transport ਤੇ railway station ਦਾ, national ropeway development plan, and lastly capacity building for infrastructure project। ਸੋ ਨੈਕਸਟ ਜੇ ਆਪਾਂ ਰੇਲਵੇਜ਼ ਦੀ ਅਲੱਗ ਤੋਂ ਗੱਲ ਕਰੀਏ ਤਾਂ ਆਪਾਂ ਪਿੱਛੇ ਵੀ ਪੜ੍ਹ ਕੇ ਹਟਿਆ ਕਿ 400 ਨਵੇਂ ਜਨਰੇਸ਼ਨ ਦੀਆਂ ਵੰਦੇ ਭਾਰਤ ਟ੍ਰੇਨ ਮੈਨੂਫੈਕਚਰ ਕਰਨ ਦੀ ਗੱਲ ਹੋ ਰਹੀ ਹੈ ਆਉਣ ਵਾਲੇ 3 ਸਾਲਾਂ ਦੇ ਅੰਦਰ। ਆਲਸੋ ਜਿਹੜੀ ਹਰ ਟ੍ਰੇਨ ਦੀ ਕਾਸਟ ਹੋਗੀ ਉਹ ਅਰਾਊਂਡ 25 ਕਰੋੜ ਹੋਗੀ, more than the current ones which cost around 106 crore per set of 16 coaches। ਸੋ ਇਹ ਜਿਹੜੀ ਅਮਾਉਂਟ ਹੈ ਪ੍ਰੋਪਰ ਇਹਦੀ ਡਿਵੀਜ਼ਨ ਕਰਕੇ ਦੱਸੀ ਹੋਈ ਹੈ, ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜਿਹੜੀ ਵੰਦੇ ਭਾਰਤ ਟ੍ਰੇਨ ਹੈ ਹੁਣ ਆਪਾਂ ਇਹਦੀ ਡੀਟੇਲ ਦੇਖ ਲੈਂਦੇ ਹਾਂ, ਕਿਉਂਕਿ ਇਹ ਸਪੈਸ਼ਲੀ ਜਦੋਂ ਬਜਟ ਹਾਈਲਾਈਟ ਕੀਤੀ ਹੋਈ ਹੈ ਤਾਂ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਸੋ ਵੰਦੇ ਭਾਰਤ ਨਾਮ ਦਿੱਤਾ ਗਿਆ ਇੰਡੀਆ ਦੀ ਆਪਣੀ ਸੈਮੀ ਹਾਈ ਸਪੀਡ ਟ੍ਰੇਨ ਸੈਟ ਨੂੰ, ਜਿਹਦੇ ਅੰਦਰ 16 ਕੋਚ ਨੇ। ਸੋ ਇਹ ਨੰਬਰ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, that it is a collection of 16 coach, ਸੈਲਫ ਪ੍ਰੋਪੈਲਡ ਹੈ, ਇਹਨੂੰ ਕੋਈ ਇੰਜਨ ਨਹੀਂ ਚਾਹੀਦਾ ਚਲਾਉਣ ਦੇ ਲਈ। ਇਹਨੂੰ ਡਿਸਟ੍ਰੀਬਿਊਟਡ ਟਰੈਕਸ਼ਨ ਪਾਵਰ ਵੀ ਕਹਿੰਦੇ ਆ। 400 ਟ੍ਰੇਨ will mostly be made of light weight aluminium। ਸੋ ਜਿਹੜਾ ਪ੍ਰੋਡਕਟ ਯੂਜ਼ ਕੀਤਾ ਜਾਊਗਾ ਉਹਦੀ ਗੱਲ ਹੋ ਰਹੀ ਹੈ। being made of aluminium, each train set is around 50 ton lighter। ਸੋ ਇਹ ਲਾਈਟ ਹੋਣਗੀਆਂ, ਹਲਕੀਆਂ ਹੋਣਗੀਆਂ, ਸਟੀਲ ਦੀ ਬਜਾਏ ਜਦੋਂ ਐਲੂਮੀਨੀਅਮ ਯੂਜ਼ ਕੀਤਾ ਜਾਊਗਾ ਘੱਟ એનર્ਜੀ ਦੀ ਖਪਤ ਹੋਊਗੀ, consuming much less energy than their counterpart made of steel। ਸੋ ਇਹ ਜਿਹੜਾ ਵੰਦੇ ਭਾਰਤ ਨੂੰ ਨਵੇਂ ਤਰੀਕੇ ਦੇ ਨਾਲ ਤਿਆਰ ਕੀਤਾ ਜਾਊਗਾ ਟ੍ਰੇਨਸ ਨੂੰ, ਸੋ ਇਹਦੇ ਫੀਚਰਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਰੇਲਵੇ ਬਜਟ, ਸੋ ਬ੍ਰਿਟਿਸ਼ ਸਰਕਾਰ ਨੇ 1924 ਦੇ ਵਿੱਚ ਅਲੱਗ ਤੋਂ ਇੱਕ ਰੇਲਵੇ ਬਜਟ ਸ਼ੁਰੂ ਕੀਤਾ ਸੀ। 2016 ਵਿੱਚ ਯੂਨੀਅਨ ਕੈਬਨਿਟ ਨੇ ਰੇਲਵੇ ਬਜਟ ਨੂੰ ਜਨਰਲ ਬਜਟ ਦੇ ਨਾਲ ਜੋੜਤਾ। ਸੋ 2016 ਤੋਂ ਬਾਅਦ ਹੁਣ ਜਿਹੜਾ 92 ਸਾਲ ਪੁਰਾਣਾ ਕਸਟਮ ਹੈ ਅਲੱਗ-ਅਲੱਗ ਰੇਲਵੇ ਬਜਟ ਤੇ ਯੂਨੀਅਨ ਬਜਟ ਦਾ, ਉਹ ਖਤਮ ਹੋ ਗਿਆ। ਹੁਣ ਇਹ ਦੋਨੋਂ ਇਕੱਠੇ ਹੀ ਪੇਸ਼ ਕੀਤੇ ਜਾਂਦੇ ਨੇ। ਲੇਟ ਸ਼੍ਰੀ ਅਰੁਣ ਜੇਤਲੀ became first finance minister in 2017 presenting the unified budget। ਸੋ ਇਹ ਵੀ ਕੁਐਸਚਨ ਤੁਹਾਨੂੰ ਐਗਜ਼ਾਮ ਵਿੱਚ ਆ ਸਕਦਾ ਸਟੈਟਿਕ ਜੀਕੇ ਦੇ ਅੰਦਰ ਸਪੈਸ਼ਲੀ, ਕਿ ਪਹਿਲੇ ਫਾਈਨੈਂਸ ਮਿਨਿਸਟਰ ਕਿਹੜੇ ਸੀ ਜਿਨ੍ਹਾਂ ਨੇ ਇੱਕ ਯੂਨੀਫਾਈਡ ਇਕੱਠਾ ਬਜਟ ਪੇਸ਼ ਕੀਤਾ ਸੀ। ਸੋ ਉਹਨਾਂ ਦਾ ਨਾਮ ਹੈ ਸ਼੍ਰੀ ਅਰੁਣ ਜੇਤਲੀ ਜੀ। 2000 ਕਿਲੋਮੀਟਰ ਆਫ ਰੇਲਵੇ ਲਿਆਂਦਾ ਜਾਊਗਾ ਫॉर ਇੰਡੀਜੀਨਸ ਟੈਕਨੋਲੋਜੀ ਕਵਚ ਫॉर ਸੇਫਟੀ ਐਂਡ ਕੈਪੈਸਿਟੀ ਆਗਮੈਂਟੇਸ਼ਨ। ਰੇਲਵੇ ਮਿਨਿਸਟਰੀ ਟੋਟਲ ਜਿਹੜੀ ਐਸਟੀਮੇਟਡ ਅਮਾਉਂਟ ਹੈ ਜਿਹੜੀ ਖਰਚ ਕਰੂਗੀ ਉਹ ਤੁਸੀਂ ਦੇਖ ਸਕਦੇ ਹੋ 1,40,367.13 ਕਰੋੜ। ਸੋ ਇਹ ਪਹਿਲਾਂ ਨਾਲੋਂ ਜਿਹੜੇ ਐਸਟੀਮੇਟਡ ਫਿਗਰਸ ਨੇ, ਰਿਵਾਈਜ਼ਡ ਫਿਗਰ ਸੀ ਪ੍ਰੀਵੀਅਸ ਫਿਸਕਲ ਦੀਆਂ, ਉਹਦੇ ਨਾਲੋਂ ਆਲਮੋਸਟ 20,000 ਕਰੋੜ ਜ਼ਿਆਦਾ ਹੈ। ਵਨ ਪ੍ਰੋਡਕਟ ਵਨ ਰੇਲਵੇ ਸਟੇਸ਼ਨ, ਇਸ ਸਕੀਮ ਨੂੰ ਵੀ ਹੋਰ ਜ਼ਿਆਦਾ ਪੋਪੂਲਰਾਈਜ਼ ਕੀਤਾ ਜਾਊਗਾ। ਨੈਕਸਟ ਵਿਲ ਟਾਕ ਅਬਾਊਟ ਐਜੂਕੇਸ਼ਨ, ਜੋ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੈਕਟਰ ਰਹਿੰਦਾ ਹੈ। So giving another impetus to pandemic affected education system, union budget focused on providing access to student। So union budget ਦੇ ਅੰਦਰ ਇੱਕ ਗੱਲ ਨੂੰ realize ਕੀਤਾ ਗਿਆ ਕਿ ਪੈਂਡੈਮਿਕ ਨੇ, COVID-19 ਨੇ ਪੜ੍ਹਾਈ ਉੱਤੇ, ਐਜੂਕੇਸ਼ਨ ਸਿਸਟਮ ਸੈਕਟਰ ਉੱਤੇ ਕਾਫੀ ਜ਼ਿਆਦਾ ਅਸਰ ਪਾਇਆ। ਸੋ ਦੁਬਾਰਾ ਤੋਂ ਇਹਨੂੰ
ਇੱਕ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਯੂਨੀਅਨ ਬਜਟ ਨੇ ਇਸ ਚੀਜ਼ ਉੱਤੇ ਸਪੈਸ਼ਲੀ ਫੋਕਸ ਕੀਤਾ ਹੈ। Agriculture University syllabus would be revised to accommodate need of natural zero budget organic farming। ਸੋ ਜਿੰਨੇ ਵੀ ਐਗਰੀਕਲਚਰ ਯੂਨੀਵਰਸਿਟੀ ਦੇ ਸਿਲੇਬਸ ਨੇ ਉਹਨਾਂ ਦੇ ਅੰਦਰ ਕੁਝ ਨਵੇਂ ਟੌਪਿਕਸ ਐਡ ਕਰਨ ਦੀ ਗੱਲ ਕੀਤੀ ਹੈ। ਜ਼ੀਰੋ ਬਜਟ ਹੋ ਗਿਆ, ਆਰਗੈਨਿਕ ਫਾਰਮਿੰਗ ਹੋ ਗਈ, ਮਾਡਰਨ ਡੇ ਐਗਰੀਕਲਚਰ ਦੇ ਵਿੱਚ ਜੋ ਜੋ ਚੀਜ਼ਾਂ ਦੀ ਜ਼ਰੂਰਤ ਹੈ ਸੋ ਉਹ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਦੀ ਗੱਲ ਕੀਤੀ ਹੈ। ਦੈਨ ਵਨ ਕਲਾਸ ਵਨ ਟੀਵੀ ਚੈਨਲ। ਸੋ ਪੈਂਡੈਮਿਕ ਦੇ ਟਾਈਮ ਜਿਹੜੀ ਲਰਨਿੰਗ ਦਾ ਕਾਫੀ ਨੁਕਸਾਨ ਹੋਇਆ ਸੋ ਉਹਦੇ ਲਈ ਹੁਣ ਪੀਐਮ ਈ ਵਿਦਿਆ ਸਕੀਮ ਨੂੰ ਹੋਰ ਅੱਗੇ ਐਕਸਪੈਂਡ ਕਰਨ ਦੀ ਗੱਲ ਕੀਤੀ ਹੈ। ਸੋ ਪਹਿਲਾਂ ਸਿਰਫ 12 ਚੈਨਲ ਸੀ, ਹੁਣ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਿਹਾ ਗਿਆ ਕਿ 12 ਤੋਂ 200 ਚੈਨਲ ਹੋਣ ਜਿਹਦੇ ਨਾਲ ਜਿੰਨੇ ਵੀ ਫਰਸਟ ਟੂ 12th ਕਲਾਸ ਦੇ ਸਟੂਡੈਂਟ ਨੇ ਸਾਰਿਆਂ ਨੂੰ ਆਪਣੀ ਰੀਜਨਲ ਲੈਂਗੁਏਜ ਦੇ ਅੰਦਰ ਪ੍ਰੋਪਰ ਲਰਨਿੰਗ ਮਿਲ ਸਕੇ। ਦੈਨ ਡਿਜੀਟਲ ਟੈਕਨੋਲੋਜੀ ਡਿਵੈਲਪ ਕੀਤੀ ਜਾਊਗੀ ਜਿਹਦੇ ਅੰਦਰ ਸਟੂਡੈਂਟਸ ਨੂੰ ਵਰਲਡ ਕਲਾਸ ਕੁਆਲਿਟੀ ਐਜੂਕੇਸ਼ਨ ਦੇਣ ਦਾ ਇੱਕ ਏਮ ਰੱਖਿਆ ਗਿਆ ਹੈ। ਸਕਿਲਿੰਗ ਪ੍ਰੋਗਰਾਮ ਦੁਬਾਰਾ ਤੋਂ ਰੀਓਰੀਐਂਟ ਕੀਤੇ ਜਾਣਗੇ। ਡਿਜੀਟਲ ਦੇਸ਼ ਈ ਪੋਰਟਲ ਲਾਂਚ ਕੀਤਾ ਜਾਊਗਾ। ਸੋ ਜਿੰਨੇ ਵੀ ਪੋਰਟਲ ਨੇ, ਸਕੀਮ ਹੈ, ਚੈਨਲਸ ਹੈ, ਇਹਨਾਂ ਦੇ ਤੁਹਾਨੂੰ ਨਾਮ ਐਜ਼ ਇਟ ਇਜ਼ ਐਗਜ਼ਾਮ ਦੇ ਲਈ ਯਾਦ ਹੋਣੇ ਚਾਹੀਦੇ ਆ। ਕੁਆਲਿਟੀ ਈ ਕੰਟੈਂਟ ਪ੍ਰੋਵਾਈਡ ਕਰਵਾਇਆ ਜਾਊਗਾ, ਟੀਚਰਸ ਨੂੰ ਟ੍ਰੇਨਿੰਗ ਦਿੱਤੀ ਜਾਊਗੀ। 5 ਸੈਂਟਰ ਐਕਸੀਲੈਂਸ ਦੇ ਸੈਟਅਪ ਕੀਤੇ ਜਾਣਗੇ। ਟੋਟਲ 250 ਕਰੋੜ ਰੁਪਏ ਦੀ ਲਾਗਤ ਦੇ ਨਾਲ ਈਚ ਫॉर ਅਰਬਨ ਪਲਾਨਿੰਗ ਕੋਰਸਿਸ ਜਿਨ੍ਹਾਂ ਨੂੰ ਹੈਲਪ ਕੀਤੀ ਜਾਊਗੀ ਇਨ ਅਰਬਨ ਸੈਕਟਰ ਡਿਵੈਲਪਮੈਂਟ। ਦੈਨ ਅਕੈਡਮਿਕ ਇੰਸਟੀਚਿਊਟਸ ਐਨਕਰੇਜ ਕੀਤੇ ਜਾਣਗੇ ਜ਼ਿਆਦਾ ਤੋਂ ਜ਼ਿਆਦਾ ਜਿਹਦੇ ਅੰਦਰ ਬੱਚਿਆਂ ਨੂੰ ਰਿਸਰਚ ਐਂਡ ਡਿਵੈਲਪਮੈਂਟ ਦੀ ਨੌਲੇਜ ਦਿੱਤੀ ਜਾਵੇ ਵਿਦਿਨ ਦ ਐਂਬਿਟ ਆਫ ਡਿਫੈਂਸ ਬਜਟ। ਨੈਕਸਟ ਇਜ਼ ਹੈਲਥ। ਸੋ ਹੈਲਥ ਉਤੇ ਇਸ ਬਾਰੇ ਕੁਝ ਜ਼ਿਆਦਾ ਬਹੁਤ ਜ਼ਿਆਦਾ ਐਕਸਟਰਾ ਫੋਕਸ ਨਹੀਂ ਕੀਤਾ ਕਿਉਂਕਿ ਆਲਰੇਡੀ ਜਦੋਂ ਤੋਂ ਕੋਵਿਡ-19 ਪੈਂਡੈਮਿਕ ਸਟਾਰਟ ਹੋਇਆ ਸਰਕਾਰ ਆਪਣੇ ਵੱਲੋਂ ਜਿੰਨੀਆਂ ਸਕੀਮਸ ਜਿੰਨੀ ਹੈਲਪ ਕਰ ਸਕਦੀ ਸੀ ਉਹ ਨਾਲ ਕਰੀ ਜਾ ਰਹੀ ਹੈ। ਇਸ ਵਾਰ ਦੇ ਬਜਟ ਦੇ ਵਿੱਚ ਮੇਨਲੀ ਇਨਫਰਾਸਟ੍ਰਕਚਰ ਉੱਤੇ ਤੇ ਕੋਵਿਡ-19 ਪੈਂਡੈਮਿਕ ਦੇ ਨਾਲ ਜਿਹੜੀ ਆਰਥਿਕ ਨੁਕਸਾਨ ਹੋਇਆ ਉਹਦੇ ਤੋਂ ਹੁਣ ਆਪਾਂ ਨੇ ਕਿਵੇਂ ਉੱਭਰਨਾ ਉਸ ਚੀਜ਼ ਉੱਤੇ ਫੋਕਸ ਕੀਤਾ ਗਿਆ ਹੈ। ਸੋ ਹੁਣ ਜੇ ਆਪਾਂ ਹੈਲਥ ਦੀ ਗੱਲ ਕਰੀਏ ਤਾਂ ਇਨ ਟਰਮਸ ਆਫ ਹੈਲਥ ਕੇਅਰ ਬਜਟ ਇੰਡੀਆ ਬਾਕੀ ਦੇਸ਼ਾਂ ਦੇ ਜਿਹੜੇ ਗਵਰਨਮੈਂਟ ਬਜਟਸ ਨੇ ਉਹਨਾਂ ਦੇ ਵਿੱਚੋਂ 179 ਰੈਂਕ ਉੱਤੇ ਆਉਂਦਾ ਆਊਟ ਆਫ 189 ਕੰਟਰੀਜ਼। ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪਿੱਛੇ ਹੈ ਇੰਡੀਆ ਦਾ ਰੈਂਕ ਇਨ ਪ੍ਰਾਇੋਰਟਾਈਜ਼ਿੰਗ ਪਹਿਲ ਦੇਣ ਉੱਤੇ ਇਨ ਹੈਲਥ ਸੈਕਟਰ। As health is a state subject in India, spending on healthcare by state matters the most। ਸੋ ਹੈਲਥ ਹੈ ਜਿਹੜਾ ਆਪਾਂ ਨੂੰ ਪਤਾ ਹੈ ਸੰਵਿਧਾਨ ਦੇ ਅੰਦਰ 3 ਲਿਸਟ ਨੇ ਯੂਨੀਅਨ, ਸਟੇਟ, ਕਨਕਰੈਂਟ। ਸੋ ਯੂਨੀਅਨ ਲਿਸਟ ਦੇ ਅੰਦਰ ਜੋ ਸਬਜੈਕਟ ਨੇ ਉਹ ਸਾਰੇ ਉੱਤੇ ਸਿਰਫ ਮੇਨ ਸੈਂਟਰ ਦੀ ਸਰਕਾਰ ਫੋਕਸ ਕਰਦੀ ਹੈ, ਸਟੇਟ ਸਬਜੈਕਟ ਉੱਤੇ ਸਟੇਟ ਦੀ ਸਰਕਾਰ। ਜਿਹੜੇ ਹੈਲਥ ਹੈ ਇੱਕ ਸਟੇਟ ਸਬਜੈਕਟ ਹੈ ਸੋ ਹੈਲਥ ਨਾਲ ਮੇਨ ਫੋਕਸ ਹੈਲਥ ਇਸ਼ੂਜ਼ ਨੂੰ ਮੇਨ ਨਿਪਟਣ ਦੇ ਲਈ ਜਿਹੜਾ ਮੇਨ ਕੰਮ ਹੈ ਉਹ ਸਟੇਟ ਦੀਆਂ ਸਰਕਾਰਾਂ ਦਾ ਹੀ ਹੈ। ਸੋ ਉਰੇ ਜਿਹੜੀ ਜਸਟੀਫਿਕੇਸ਼ਨ ਦਿੱਤੀ ਗਈ ਹੈ ਇੱਕ ਕਿ ਇਹੀ ਮੇਨ ਕਾਰਨ ਹੈ ਕਿ ਭਾਰਤ ਸਰਕਾਰ ਆਪਣੇ ਬਜਟ ਦੇ ਅੰਦਰ ਹੈਲਥ ਉੱਤੇ ਜ਼ਿਆਦਾ ਫੋਕਸ ਨਹੀਂ ਕਰ ਰਹੀ ਕਿਉਂਕਿ ਹੈਲਥ ਉੱਤੇ ਜਿਹੜਾ ਖਰਚਾ ਕਰਨਾ ਹੈ ਉਹ ਕਿਵੇਂ ਕਰਨਾ ਉਹਦੀ ਪੂਰੀ ਐਗਜ਼ਾਮੀਨੇਸ਼ਨ ਕੈਲਕੂਲੇਸ਼ਨ ਉਹ ਸਟੇਟਸ ਆਪਣੇ ਆਪਣੇ ਬਜਟ ਦੇ ਵਿੱਚ ਅਲੱਗ ਤੋਂ ਤੈਅ ਕਰਦੀਆਂ ਨੇ। ਸੋ ਨੈਸ਼ਨਲ ਡਿਜੀਟਲ ਹੈਲਥ ਇਕੋਸਿਸਟਮ ਇੱਕ ਓਪਨ ਪਲੇਟਫਾਰਮ ਰੋਲ ਆਊਟ ਕੀਤਾ ਜਾਊਗਾ। ਤੇ ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ ਪੈਂਡੈਮਿਕ ਵਿੱਚ ਕਾਫੀ ਅਲੱਗ-ਅਲੱਗ ਏਜਿਸ ਦੇ ਲੋਕਾਂ ਨੂੰ ਹੈਲਥ ਇਸ਼ੂਜ਼ ਦੇ ਵਿੱਚੋਂ ਮੇਨ ਜਿਹੜਾ ਇਸ਼ੂ ਨਿਕਲ ਕੇ ਆਇਆ ਉਹ ਸੀ ਮੈਂਟਲ ਇਸ਼ੂ। ਸੋ ਮੈਂਟਲੀ ਲੋਕਾਂ ਨੂੰ ਇਸ ਪ੍ਰੋਬਲਮ ਤੋਂ ਉਭਰਨ ਦੇ ਲਈ ਹੈਲਪ ਕਰਵਾਉਣ ਦੇ ਲਈ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ, ਕਾਉਂਸਲਿੰਗ ਵਗੈਰਾ ਇਸ ਪ੍ਰੋਵਾਈਡ ਕਰਵਾਈ ਜਾਊਗੀ। ਨੈਕਸਟ ਇਜ਼ ਐਗਰੀਕਲਚਰ। ਮਿਨੀਮਮ ਸਪੋਰਟ ਪ੍ਰਾਈਸ MSP ਦੇ ਲਈ ਡਾਇਰੈਕਟ ਪੇਮੈਂਟਸ 2.37 ਲੱਖ ਕਰੋੜ ਦੀਆਂ ਟਾਰਗੇਟ ਕੀਤੀਆਂ ਨੇ। ਕੈਮੀਕਲ ਫ੍ਰੀ ਆਰਗੈਨਿਕ ਨੈਚੁਰਲ ਫਾਰਮਿੰਗ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨ ਦੀ ਗੱਲ ਕੀਤੀ ਹੈ। 2022 ਸਾਲ ਨੂੰ ਈਅਰ ਆਫ ਮਿਲਟ ਈਅਰ ਡਿਕਲੇਅਰ ਕੀਤਾ ਹੈ। ਇਹ ਹਰ ਐਗਜ਼ਾਮ ਵਿੱਚ ਆਉਣ ਦੇ 100% ਚਾਂਸਿਸ ਨੇ। ਵੈਰੀ ਇੰਪੋਰਟੈਂਟ ਥਿੰਗ ਟੂ ਰਿਮੈਂਬਰ। ਕਿਸਾਨ ਡਰੋਨਸ ਯੂਜ਼ ਕਰਨ ਦੀ ਗੱਲ ਕੀਤੀ ਹੈ ਕਿ ਤੁਸੀਂ ਕ੍ਰੌਪ ਨੂੰ ਅਸੈਸ ਕਰਨਾ ਹੈ, ਪੈਸਟੀਸਾਈਡ ਸਪਰੇ ਕਰਨੇ ਤਾਂ ਉੱਥੇ ਕਿਸਾਨ ਡਰੋਨਸ ਦੀ ਵਰਤੋਂ ਕਰੋ। ਕੇਨ ਬੇਤਵਾ ਰਿਵਰ ਲਿੰਕਿੰਗ ਪ੍ਰੋਜੈਕਟ ਦੀ ਗੱਲ ਕੀਤੀ ਹੈ। ਟੋਟਲ ਇਹਦੇ ਉੱਤੇ ਕਾਸਟ ਆਊਟਲੇ ਹੈ 44,000 ਕਰੋੜ ਦਾ ਤੇ ਇਹਦੇ ਨਾਲ ਆਲਮੋਸਟ 9 ਲੱਖ ਹੈਕਟੇਅਰ ਇੰਨੇ ਜਿਹੜੇ ਫਾਰਮਰ ਨੇ ਉਹਨਾਂ ਦੀ ਜ਼ਮੀਨ ਨੂੰ ਫਾਇਦਾ ਹੋਊਗਾ
ਜਦੋਂ ਇਸ ਕੇਨ ਬੇਤਵਾ ਰਿਵਰ ਲਿੰਕਿੰਗ ਪ੍ਰੋਜੈਕਟ ਦੇ ਨਾਲ ਉਹਨਾਂ ਨੂੰ ਇਰੀਗੇਸ਼ਨ ਪ੍ਰੋਵਾਈਡ ਕਰਵਾਈ ਜਾਊਗੀ। ਸੋ ਤੁਸੀਂ ਦੇਖ ਸਕਦੇ ਹੋ ਇਹ ਹੈ ਕੇਨ ਬੇਤਵਾ ਲਿੰਕ ਪ੍ਰੋਜੈਕਟ ਦਾ ਇੱਕ ਪੂਰਾ ਓਵਰਵਿਊ। ਇਹ ਪਹਿਲਾ ਇਹੋ ਜਿਹਾ ਪ੍ਰੋਜੈਕਟ ਹੈ ਨੈਸ਼ਨਲ ਪਰਸਪੈਕਟਿਵ ਪਲਾਨ ਦੇ ਅੰਦਰ ਜਿਹਦੇ ਅੰਦਰ ਅਲੱਗ-ਅਲੱਗ ਰਿਵਰਸ ਨੂੰ ਇੱਕ ਦੂਜੇ ਦੇ ਨਾਲ ਇੰਟਰਲਿੰਕ ਕਰਨ ਦੀ ਗੱਲ ਕੀਤੀ ਹੈ। ਸੋ ਇਹਦੇ ਅੰਦਰ ਜਿਹੜਾ ਪਾਣੀ ਹੈ ਉਹ ਕੇਨ ਰਿਵਰ ਤੋਂ ਬੇਤਵਾ ਰਿਵਰ ਦੋਨੋਂ ਜਿਹੜੀਆਂ ਯਮੁਨਾ ਦੀਆਂ ਟ੍ਰਾਈਬਿਊਟਰੀਜ਼ ਨੇ ਉੱਥੋਂ ਟ੍ਰਾਂਸਫਰ ਕਰਨ ਦੀ ਗੱਲ ਕੀਤੀ ਹੈ। ਕੇਨ ਬੇਤਵਾ ਲਿੰਕ ਕੈਨਾਲ 221 ਕਿਲੋਮੀਟਰ ਲੰਬਾ ਹੋਊਗਾ ਜਿਹਦੇ ਅੰਦਰ ਜਿਹੜੀ ਟਨਲ ਹੈ ਉਹ ਹੋਊਗੀ 2 ਕਿਲੋਮੀਟਰ ਦੀ। ਸੋ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਯੂਪੀ ਐਮਪੀ ਇਹ ਦੋ ਸਟੇਟਸ ਦੇ ਨਾਮ ਤੁਹਾਨੂੰ ਜ਼ਰੂਰ ਯਾਦ ਹੋਣੇ ਚਾਹੀਦੇ ਹਨ। ਨੈਕਸਟ ਇਜ਼ ਡਿਫੈਂਸ। ਸੋ ਡਿਫੈਂਸ ਦੇ ਲਈ ਜਿਹੜਾ ਬਜਟ ਦੇ ਵਿੱਚ ਕੈਪੀਟਲ ਪ੍ਰੋਕਿਊਰਮੈਂਟ ਹੈ ਉਹਨੂੰ ਇਨਕਰੀਜ਼ ਕੀਤਾ ਹੈ 10% ਤੋਂ 58% ਤੱਕ। ਆਲਸੋ 58 ਤੋਂ ਵੀ 68% ਤੱਕ ਅੱਗੇ ਇਹਦਾ ਇੱਕ ਟਾਰਗੇਟ ਰੱਖਿਆ ਗਿਆ ਹੈ ਕਿ ਤੁਸੀਂ 58 ਤੋਂ ਲੈ ਕੇ 68% ਦੇ ਵਿੱਚ ਜਿਹੜਾ ਬਜਟ ਹੈ ਉਹਨੂੰ ਐਲੋਕੇਟ ਕਰ ਸਕਦੇ ਹੋ। ਸੋ ਜੇ ਤੁਸੀਂ ਦੇਖੋਗੇ ਅੱਗੇ ਜਦੋਂ ਮੈਂ ਤੁਹਾਨੂੰ ਇੱਕ ਟੇਬਲ ਪ੍ਰੋਵਾਈਡ ਕਰਵਾਉਂਗੀ ਜਿਹਦੇ ਅੰਦਰ ਐਲੋਕੇਸ਼ਨ ਦੱਸੀ ਹੋਈ ਹੈ ਅਲੱਗ-ਅਲੱਗ ਮਿਨਿਸਟਰੀ ਦੀ, ਤਾਂ ਮਿਨਿਸਟਰੀ ਆਫ ਡਿਫੈਂਸ ਦੇ ਲਈ ਤੁਸੀਂ ਦੇਖੋਗੇ ਕਿ ਬਾਕੀ ਸਾਰੇ ਏਰੀਆਜ਼ ਨਾਲੋਂ ਡਬਲ ਤੋਂ ਵੀ ਕਿਤੇ ਜ਼ਿਆਦਾ ਪੈਸਾ ਐਲੋਕੇਟ ਕੀਤਾ ਗਿਆ। Impact: this will reduce countries' dependence on import of defense equipment. ਸੋ ਸਰਕਾਰ ਦਾ ਮੇਨ ਮਕਸਦ ਡਿਫੈਂਸ ਦੇ ਲਈ ਬਜਟ ਨੂੰ ਇਨਕਰੀਜ਼ ਕਰਨ ਦਾ ਇਹੀ ਹੈ ਕਿ ਆਪਾਂ ਆਪ ਆਤਮ ਨਿਰਭਰ ਹੋ ਜਾਈਏ, ਆਪਣੇ ਇੰਡੀਆ ਦੀ ਜਿਹੜੀ ਡਿਫੈਂਸ ਹੈ ਉਹਨੂੰ ਕਿਤੋਂ ਬਾਹਰੋਂ ਕੋਈ ਇਕਵਿਪਮੈਂਟਸ ਨੂੰ ਇੰਪੋਰਟ ਨਾ ਕਰਨਾ ਪਵੇ। ਦੈਨ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਅਲੱਗ-ਅਲੱਗ ਸਟਾਰਟਅਪ ਖੋਲੂਗੀ, ਪ੍ਰਾਈਵੇਟ ਇੰਡਸਟਰੀਜ਼ 25% ਜਿਹੜਾ ਰਿਸਰਚ ਤੇ ਡਿਵੈਲਪਮੈਂਟ ਬਜਟ ਹੈ ਉਹਨੂੰ ਅਲੱਗ ਰੱਖਿਆ ਗਿਆ ਹੈ ਇਹ ਸਾਰੇ ਕੰਮਾਂ ਦੇ ਲਈ। ਨੈਕਸਟ ਹੈ ਡੈਫਿਸਿਟ ਐਕਸਪੈਂਡੀਚਰ। ਸੋ ਇਹ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਕਿ ਬਜਟ ਨੇ ਫਿਸਕਲ ਡੈਫਿਸਿਟ ਜੋ ਸਰਕਾਰ ਦੀ ਟੋਟਲ ਐਕਸਪੈਂਡੀਚਰ ਤੋਂ ਟੋਟਲ ਇਨਕਮ ਦਾ ਡਿਫਰੈਂਸ ਹੁੰਦਾ ਹੈ that is 6.4% GDP in 2022-23 ਤੇ ਇਹਨੂੰ ਟਾਰਗੇਟ ਕੀਤਾ ਗਿਆ ਕਿ 2025-26 ਹੋਊਗਾ 4.5%। ਸੋ ਤੁਸੀਂ ਇਹ ਵਾਲੀ ਫਿਗਰ ਵੀ ਜ਼ਰੂਰ ਯਾਦ ਰੱਖਣੀ ਹੈ। Next is micro, small, medium enterprises and startup। 6000 ਕਰੋੜ ਦੇ ਅਲੱਗ-ਅਲੱਗ ਪ੍ਰੋਗਰਾਮਸ ਲਿਆਂਦੇ ਜਾਣਗੇ MSMEs ਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਦੇ ਲਈ। Then ਜਿਵੇਂ MSMEs ਹੋ ਗਈਆਂ ਉਦਯਮ, ਈ-ਸ਼ਰਮ, NCS, ਅਸੀਮ ਪੋਰਟਲ, ਇਹਨਾਂ ਸਾਰਿਆਂ ਨੂੰ ਇੰਟਰਲਿੰਕ ਕੀਤਾ ਜਾਊਗਾ ਆਪਸ ਦੇ ਨਾਲ ਸੋ ਦੈਟ ਜਿਹੜਾ ਇਹਨਾਂ ਦਾ ਕੰਮ ਹੈ ਉਹ ਹੋਰ ਜ਼ਿਆਦਾ ਐਕਸਟੈਂਸਿਵਲੀ ਚੱਲ ਸਕੇ ਤੇ ਇਹਨਾਂ ਦਾ ਸਕੋਪ ਵੀ ਵਧਾਇਆ ਜਾ ਸਕੇ। ਨੈਕਸਟ ਕਮ ਮੋਸਟ ਇੰਪੋਰਟੈਂਟ ਥਿੰਗ। ਸੋ ਇੱਕ ਤਾਂ ਤੁਸੀਂ ਇਨਫਰਾਸਟ੍ਰਕਚਰ ਉੱਤੇ ਫੋਕਸ ਕਰਨਾ ਹੈ ਇਸ ਬਜਟ ਦੇ ਅੰਦਰ, ਦੂਜੀ ਚੀਜ਼ ਜਿਹਦੇ ਉੱਤੇ ਫੋਕਸ ਕਰਨਾ ਹੈ ਉਹ ਹੈ ਇਨਵਾਇਰਨਮੈਂਟ ਦੇ ਨਾਲ ਰਿਲੇਟਡ ਪੁਆਇੰਟ। ਸੋ ਕਲਾਈਮੇਟ ਐਕਸ਼ਨ ਵਾਸ ਹਾਈਲਾਈਟਡ ਐਜ਼ ਵਨ ਆਫ ਦ ਪਿਲਰ। ਸੋ ਜਦੋਂ ਮੈਂ ਤੁਹਾਨੂੰ ਪਿਲਰ ਦੱਸੇ ਸੀ 4 ਬਜਟ ਦੇ ਉਹਨਾਂ ਦੇ ਵਿੱਚ ਇੱਕ ਮੇਨ ਚੀਜ਼ ਸੀ ਕਲਾਈਮੇਟ ਐਕਸ਼ਨ along with ਗਤੀ ਸ਼ਕਤੀ ਇਨਫਰਾਸਟ੍ਰਕਚਰ ਮਾਸਟਰ ਪਲਾਨ ਇਨਕਲੂਸਿਵ ਡਿਵੈਲਪਮੈਂਟ ਐਨਰਜੀ ਟ੍ਰਾਂਜੀਸ਼ਨ। ਸੋ ਇਹ 4 ਪਿਲਰ ਸੀ। ਜਿਹੜੀ ਯੂਨੀਅਨ ਮਿਨਿਸਟਰੀ ਹੈ ਇਨਵਾਇਰਨਮੈਂਟ ਫੋਰੈਸਟ ਕਲਾਈਮੇਟ ਚੇਂਜ ਦੀ saw a higher estimated expenditure। ਸੋ ਟੋਟਲ ਜਿਹੜੇ ਖਰਚਾ ਆਪਾਂ ਐਕਸਪੈਕਟ ਕਰ ਰਹੇ ਹਾਂ ਉਹ ਹੈ 3030 ਕਰੋੜ ਕੰਪੇਅਰ ਟੂ 2520 ਕਰੋੜ ਇਨ 2021-22। ਸੋ ਆਲਮੋਸਟ ਜਿਹੜਾ 500 ਕਰੋੜ ਜ਼ਿਆਦਾ ਆਪਾਂ ਇਸ ਸਾਲ ਖਰਚਾ ਐਕਸਪੈਕਟ ਕਰ ਰਹੇ ਹਾਂ ਔਨ ਇਨਵਾਇਰਨਮੈਂਟ। Centre's electric vehicle policy scheme for faster adoption and manufacturing of hybrid electric vehicle in India ਜਿਹੜੀ FAME ਸੀ ਸਕੀਮ ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਅੰਦਰ FAME ਦੇ ਨਾਮ ਦੇ ਨਾਲ ਜਾਣਦੇ ਆ। ਸੋ ਜਿਹੜੀ ਇਹ ਸਕੀਮ ਹੈ ਇਹਨੇ ਕਾਫੀ ਜ਼ਿਆਦਾ ਇਹਨੂੰ ਬੂਸਟ ਮਿਲਿਆ from 800 ਕਰੋੜ ਲਾਸਟ ਈਅਰ ਟੂ 2908.28 ਕਰੋੜ। ਸੋ ਲੋਕਾਂ ਦਾ ਜਿਹੜਾ ਝੁਕਾਅ ਹੈ ਉਹ ਫਿਊਲਸ ਨੂੰ ਛੱਡ ਕੇ ਇਲੈਕਟ੍ਰਿਕ ਵਹੀਕਲਸ ਵੱਲ ਵਧ ਰਿਹਾ। ਐਸਟੀਮੇਟਡ ਐਕਸਪੈਂਡੀਚਰ ਫॉर ਯੂਨੀਅਨ ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ। ਸੋ ਇਹਦਾ ਜਿਹੜਾ ਐਸਟੀਮੇਟਡ ਐਕਸਪੈਂਡੀਚਰ ਹੈ ਖਰਚਾ ਹੈ that is 6900 ਕਰੋੜ। ਸੋ ਇਹ ਘਟਿਆ 7681 ਤੋਂ। ਤੇ ਇਹਦੇ ਵਿੱਚ ਜੇ ਆਪਾਂ ਹਾਈਐਸਟ ਐਲੋਕੇਸ਼ਨ ਦੀ ਗੱਲ ਕਰੀਏ ਤਾਂ ਉਹ ਸੋਲਰ ਪਾਵਰ ਉੱਤੇ ਕੀਤੀ ਗਈ ਹੈ 3300 ਕਰੋੜ ਦੀ। ਸੋ ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
बजट एस्टिमेट फॉर नरेगा प्रोग्राम वेरी इंपॉर्टेंट, जो बार बार करंट इश्यूज विच भी रहती है स्कीम, महात्मा गांधी नेशनल रूरल एम्प्लॉयमेंट गारंटी प्रोग्राम, a scheme with great potential for climate resilience, carbon sequestration, has been refined downward. ਸੋ 98,000 ਕਰੋੜ ਤੋਂ ਇਹਨੂੰ ਰਿਵਾਈਜ਼ ਕੀਤਾ ਗਿਆ ਹੈ, ਨੀਚੇ ਲਿਆਂਦੀ ਗਈ ਹੈ ਲਾਗਤ ਆਊਟਲੇ ਇਸ ਸਕੀਮ ਦੇ ਲਈ 73,000 ਕਰੋੜ ਕਰਤੀ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ, ਜਿਹੜੀ ਸਕੀਮ ਨੇ ਕੋਵਿਡ-19 ਪੈਂਡੈਮਿਕ ਦੇ ਦੌਰਾਨ ਜਿੰਨੇ ਵੀ ਲੇਬਰ ਕਲਾਸ ਦੇ ਲੋਕ ਨੇ ਸਪੈਸ਼ਲੀ ਰੂਰਲ ਏਰੀਆਜ਼ ਦੇ ਵਿੱਚ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਸੀ, ਕਾਫੀ ਜ਼ਿਆਦਾ ਉਹਨਾਂ ਨੂੰ ਇਹਦੇ ਥਰੂ ਨਾਲ ਇਕਨੋਮਿਕ ਜੋ ਤੰਗੀਆਂ ਆਈਆਂ ਸੀ ਉਹਨਾਂ ਤੋਂ ਬਾਹਰ ਨਿਕਲਣ ਦੇ ਵਿੱਚ ਹੈਲਪਫੁਲ ਰਹੀ ਸੀ ਇਹ ਸਕੀਮ। ਸੋ ਲੋਕਾਂ ਨੂੰ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਮਿਲਿਆ ਸੀ ਇਸ ਨਰੇਗਾ ਸਕੀਮ ਦਾ। ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਦੇ ਬਜਟ ਦੇ ਅੰਦਰ ਜਿਹੜੀ ਇਹਦੀ ਆਊਟਲੇ ਹੈ, ਪੈਸਾ ਹੈ, ਬਜਟ ਹੈ, ਉਹਨੂੰ ਘਟਾ ਦਿੱਤਾ ਗਿਆ ਤੇ ਕਾਫੀ ਜ਼ਿਆਦਾ ਘਟਾਇਆ। ਆਲਮੋਸਟ ਇਹਨੂੰ ਜੇ ਆਪਾਂ ਦੇਖੀਏ ਤਾਂ 25,000 ਕਰੋੜ ਜਿਹੜੀ ਅਮਾਉਂਟ ਹੈ ਉਹ ਘਟਾ ਦਿੱਤੀ ਗਈ ਹੈ। ਸੋ ਹੁਣ ਇਹ ਬਹੁਤ ਹੀ ਵੱਡਾ ਕੁਐਸਚਨ ਮਾਰਕ ਵੀ ਹੈ ਕਿ ਜਿਹੜੀ ਸਕੀਮ ਇੰਨੇ ਸਾਰੇ ਲੋਕਾਂ ਦਾ ਇੱਕ ਮੇਨ ਹੈਲਪ ਕਰ ਰਹੀ ਹੈ, ਉਹਨਾਂ ਨੂੰ ਜਿਹੜੀ ਪੋਵਰਟੀ ਹੈ ਉਹਦੇ ਤੋਂ ਅਪਲਿਫਟ ਕਰਨ ਦੇ ਲਈ ਬਹੁਤ ਜ਼ਿਆਦਾ ਯੋਗਦਾਨ ਦੇ ਰਹੀ ਹੈ, ਸੋ ਹੁਣ ਉਸ ਸਕੀਮ ਦੇ ਲਈ ਇਹ ਬਜਟ ਇੰਨਾ ਜ਼ਿਆਦਾ ਕਿਉਂ ਘਟਾ ਦਿੱਤਾ ਗਿਆ। Some other climate relevant announcement made during the budget presentation. ਸੋ ਕੁਝ ਹੋਰ ਜਦੋਂ ਬਜਟ ਨੂੰ ਪ੍ਰੈਜ਼ੈਂਟ ਕਰ ਰਹੇ ਸੀ ਤਾਂ ਵਾਤਾਵਰਣ ਕਲਾਈਮੇਟ ਨੂੰ ਲੈ ਕੇ ਅਨਾਉਂਸਮੈਂਟ ਕੀਤੀਆਂ ਗਈਆਂ, ਜਿਵੇਂ ਪਬਲਿਕ ਲਿੰਕਡ ਇਨਸੈਂਟਿਵ ਦੇ ਲਈ ਜ਼ਿਆਦਾ ਸੋਲਰ ਮੋਡਿਊਲਸ ਨੂੰ ਤਿਆਰ ਕਰਨ ਦੇ ਲਈ 19,500 ਕਰੋੜ ਰੁਪਏ ਦੀ ਅਲੱਗ ਤੋਂ ਐਲੋਕੇਸ਼ਨ ਕੀਤੀ ਗਈ ਹੈ। Then ਇੱਕ ਪ੍ਰਪੋਜ਼ਲ ਰੱਖਿਆ ਗਿਆ to co-fire 5 to 7% biomass pellets in thermal power plant, energy efficiency saving ਨੂੰ ਪ੍ਰਮੋਟ ਕਰੋ ਜ਼ਿਆਦਾ ਤੋਂ ਜ਼ਿਆਦਾ, ਜਿੰਨੀਆਂ ਵੀ ਵੱਡੀਆਂ ਕਮਰਸ਼ੀਅਲ ਬਿਲਡਿੰਗਸ ਨੇ ਉੱਥੇ એનર્ਜੀ ਕੰਜ਼ਰਵ ਕਰਨ ਵਾਲੇ ਜਿੰਨੇ ਵੀ ਮਾਡਲਸ ਨੇ ਉਹਨਾਂ ਨੂੰ ਅਪਣਾਓ। ਦੈਨ 4 ਪਾਇਲਟ ਪ੍ਰੋਜੈਕਟ ਕੋਲ ਗੈਸੀਫਿਕੇਸ਼ਨ ਦੇ ਲਈ, ਉਸ ਤੋਂ ਬਾਅਦ ਐਗਰੋ ਫੋਰੈਸਟਰੀ ਉੱਤੇ ਮੇਨ ਫੋਕਸ ਕਰੋ। ਦੈਨ ਜਿਹੜੇ ਵੀ ਫਾਰਮਰਸ ਕੋਈ ਐਸਸੀ ਕੈਟੇਗਰੀ ਐਸਟੀ ਕੈਟੇਗਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੀ ਸਪੋਰਟ ਕਰੋ ਸੋ ਦੈਟ ਉਹ ਐਗਰੋ ਫੋਰੈਸਟਰੀ ਨੂੰ ਅਪਣਾ ਸਕਣ। ਸੋਵਰਨ ਗ੍ਰੀਨ ਬੌਂਡ ਨੂੰ ਇਸ਼ੂ ਕਰੋ ਪਬਲਿਕ ਸੈਕਟਰ ਪ੍ਰੋਜੈਕਟਸ ਦੇ ਅੰਦਰ, ਜਿਹਦੇ ਨਾਲ ਜਿਹੜੀ ਕਾਰਬਨ ਇੰਟੈਂਸਿਟੀ ਹੈ ਵਾਤਾਵਰਣ ਦੇ ਵਿੱਚ ਉਹ ਜ਼ਿਆਦਾ ਤੋਂ ਜ਼ਿਆਦਾ ਘਟ ਸਕੇ। ਸੋ ਇਹ ਵੀ ਬਹੁਤ ਇੰਪੋਰਟੈਂਟ ਕੰਸੈਪਟ ਹੈ। ਗ੍ਰੀਨ ਬੌਂਡਸ ਇਹ ਜਿਹੇ ਡੈਟ ਇੰਸਟਰੂਮੈਂਟ ਨੇ, ਇਹ ਜਿਹੀਆਂ ਪ੍ਰੋਸੀਡਿੰਗਸ ਨੇ ਜਿਨ੍ਹਾਂ ਨੂੰ ਸਰਕਾਰ ਇਨਵਾਇਰਮੈਂਟ ਫ੍ਰੈਂਡਲੀ ਪ੍ਰੋਜੈਕਟ ਨੂੰ ਫਾਈਨੈਂਸ ਕਰਨ ਦੇ ਲਈ ਹੈਲਪ ਕਰਦੀ ਹੈ। ਸੋ ਗ੍ਰੀਨ ਬੌਂਡਸ ਪਹਿਲੀ ਵਾਰੀ 2007 ਵਿੱਚ ਲਾਂਚ ਹੋਈ ਸੀ। ਸੋ ਦਿਸ ਇਜ਼ very important thing to remember. Blended finance with the government's share limit to 20% to be promoted for climate action, agriculture, other clean technology. This will be managed by private fund manager. So blended finance ਦੀ ਗੱਲ ਹੋ ਰਹੀ ਹੈ। Now comes very important thing. Budget session ਦੇ ਅੰਦਰ ਇੱਕ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਇੱਕ ਨਵਾਂ ਬਿੱਲ ਵੀ ਡਿਸਕਸ ਕੀਤਾ ਜਾਊਗਾ। ਸੋ ਇਹ ਬਿੱਲ ਹੈ ਐਨਰਜੀ ਕੰਜ਼ਰਵੇਸ਼ਨ ਅਮੈਂਡਮੈਂਟ ਬਿੱਲ 2022, ਜਿਹਦੇ ਅੰਦਰ ਕਿਹਾ ਗਿਆ ਹੈ ਕਿ ਜਿਹੜਾ ਇੱਕ ਇੰਪੋਰਟੈਂਟ ਲੈਜਿਸਲੇਸ਼ਨ ਹੈ ਐਨਰਜੀ ਕੰਜ਼ਰਵੇਸ਼ਨ ਦੀ, ਉਹਦੇ ਅੰਦਰ ਕੁਝ ਇੰਪੋਰਟੈਂਟ ਤਬਦੀਲੀਆਂ ਲਿਆਂਦੀਆਂ ਜਾਣਗੀਆਂ which aims to provide regulatory framework for ਕਾਰਬਨ ਟ੍ਰੇਡਿੰਗ ਹੈ ਜਿਹੜੀ ਇੰਡੀਆ ਦੇ ਅੰਦਰ, ਉਹਦੇ ਲਈ ਇੱਕ ਰੈਗੂਲੇਟਰੀ ਫਰੇਮਵਰਕ ਤਿਆਰ ਕੀਤਾ ਜਾਊਗਾ। ਪ੍ਰੋਪਰ ਅਥਾਰਟੀਜ਼ ਬੋਡੀਜ਼ ਹੋਣਗੀਆਂ ਜਿਹੜੀਆਂ ਇਹਦੇ ਉੱਤੇ ਚੈੱਕ ਰੱਖਣਗੀਆਂ। Then encouraging penetration of renewable in energy mix, effective implementation, ਜਿਹੜਾ 2001 ਦਾ ਐਨਰਜੀ ਕੰਜ਼ਰਵੇਸ਼ਨ ਐਕਟ ਹੈ ਜਿਹਦੇ ਵਿੱਚ ਅਮੈਂਡਮੈਂਟ ਲੈ ਕੇ ਆਉਣ ਦੇ ਲਈ ਆਪਾਂ ਇਸ ਬਿੱਲ ਦੀ ਗੱਲ ਕਰ ਰਹੇ ਹਾਂ। ਸੋ ਉਹਨੂੰ ਹੋਰ ਸਹੀ ਤਰੀਕੇ ਦੇ ਨਾਲ ਇਨਫੋਰਸ ਸਟ੍ਰਿਕਟਲੀ ਉਹਨੂੰ ਲਾਗੂ ਕਰਵਾਉਣ ਦੇ ਲਈ ਜਿਹੜੀਆਂ ਵੀ ਚੀਜ਼ਾਂ ਦੀ ਜ਼ਰੂਰਤ ਹੈ ਇਸ ਐਕਟ ਦੇ ਅੰਦਰ ਐਡ ਕਰਨ ਦੇ ਲਈ, ਇਨਕਲੂਡ ਕਰਨ ਦੇ ਲਈ, ਸੋ ਇਸ ਅਮੈਂਡਮੈਂਟ ਦੇ ਅੰਦਰ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਇਹਨੂੰ ਡਿਸਕਸ ਕੀਤਾ ਜਾਊਗਾ ਤੇ ਜ਼ਰੂਰ ਲਿਆਂਦੀਆਂ ਜਾਣਗੀਆਂ, ਜਿਹਦੇ ਨਾਲ 2070 ਤੱਕ ਦਾ ਜਿਹੜਾ ਕਾਰਬਨ ਰਿਡਿਊਸ ਕਰਨ ਦਾ ਇੱਕ ਟਾਰਗੇਟ ਰੱਖਿਆ ਹੈ ਉਹ ਟਾਰਗੇਟ ਆਪਾਂ ਇਫੈਕਟਿਵਲੀ ਅਚੀਵ ਕਰ ਸਕੀਏ। ਸੋ ਨੈਕਸਟ ਜਿਹੜਾ ਇਹ ਟੇਬਲ ਹੈ ਤੁਸੀਂ ਦੇਖ ਲਿਓ, ਇਹਦੇ ਅੰਦਰ ਮਿਨਿਸਟਰੀ ਵਾਈਜ਼ ਐਲੋਕੇਸ਼ਨ ਹੈ ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤੁਸੀਂ ਮੇਨ ਕਿਹੜੀ ਮਿਨਿਸਟਰੀ ਦੇ ਆਊਟਲੇ ਉੱਤੇ ਫੋਕਸ ਕਰਨਾ ਹੈ। ਸੋ ਇੱਕ ਹੈ ਰੂਰਲ ਡਿਵੈਲਪਮੈਂਟ, ਦੈਨ ਰੇਲਵੇ ਐਂਡ ਆਲਸੋ
ਮਿਨਿਸਟਰੀ ਆਫ ਡਿਫੈਂਸ। ਸੋ ਆਮ ਤੌਰ ਤੇ ਜੇ ਐਗਜ਼ਾਮ ਵਿੱਚ ਕੁਐਸਚਨ ਆਉਂਦਾ ਤਾਂ ਜਨਰਲੀ ਇਹਨਾਂ ਵਿੱਚੋਂ ਹੀ ਆਉਂਦਾ। ਸੋ ਤੁਸੀਂ ਇਹ ਸਾਰੀਆਂ ਮਿਨਿਸਟਰੀਜ਼ ਦੇ ਆਊਟਲੇ ਉੱਤੇ ਕਿੰਨੇ ਕਿੰਨੇ ਪੈਸੇ ਇਹਨਾਂ ਨੂੰ ਐਲੋਕੇਟ ਕੀਤੇ ਨੇ ਇਸ ਸਾਲ ਦੇ ਬਜਟ ਦੇ ਅੰਦਰ ਇਹ ਦੇਖ ਸਕਦੇ ਹੋ। ਤੇ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਚੀਜ਼ ਐਨਾਲਾਈਜ਼ ਕਰਨੀ ਹੈ ਕਿ ਸਭ ਤੋਂ ਜ਼ਿਆਦਾ ਕਿਹਨੂੰ ਪੈਸਾ ਐਲੋਕੇਟ ਕੀਤਾ, ਸਭ ਤੋਂ ਘੱਟ। ਸੋ ਤੁਸੀਂ ਦੇਖ ਸਕਦੇ ਹੋ ਕਿ ਮਿਨਿਸਟਰੀ ਆਫ ਡਿਫੈਂਸ ਨੂੰ ਬਾਕੀਆਂ ਦੇ ਕੰਪੈਰੀਟਿਵਲੀ ਡਬਲ ਤੋਂ ਵੀ ਜ਼ਿਆਦਾ ਪੈਸਾ ਐਲੋਕੇਟ ਕੀਤਾ ਹੈ। ਸੋ ਇਹ ਜਿਹੜੀ ਫਿਗਰ ਹੈ ਇਹ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਲਾਸਟਲੀ ਵਿਲ ਟਾਕ ਅਬਾਊਟ ਬਜਟ ਅੰਦਰ ਕੁਝ ਇੰਪੋਰਟੈਂਟ ਸਕੀਮਸ ਅਨਾਉਂਸ ਕੀਤੀਆਂ ਗਈਆਂ। ਸੋ ਇਹ 5 ਸਕੀਮਸ ਨੇ ਜਿਹੜੀਆਂ ਤੁਹਾਨੂੰ ਆਉਣ ਵਾਲੇ ਹਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ। ਇਹਦੇ ਵਿੱਚੋਂ ਪਹਿਲੀ ਸਕੀਮ ਹੈ PM ਦੇਵ ਆਇਨ। ਜਿਹੜੀ ਇਹ ਸਕੀਮ ਹੈ ਇਹ ਨਾਰਥ ਈਸਟਰਨ ਕਾਉਂਸਿਲ ਦੇ ਦੁਆਰਾ ਇੰਪਲੀਮੈਂਟ ਕਰਵਾਈ ਜਾਊਗੀ। ਟੋਟਲ ਇਸ ਸਕੀਮ ਦੇ ਲਈ 15,000 ਕਰੋੜ ਰੁਪਏ ਐਲੋਕੇਟ ਕੀਤਾ ਹੈ। ਸੋ ਇਹ ਅਮਾਉਂਟ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੇ ਜਿਹੜੀ ਇਨਫਰਾਸਟ੍ਰਕਚਰ ਨਾਲ ਰਿਲੇਟਡ PM ਗਤੀ ਸ਼ਕਤੀ ਯੋਜਨਾ ਹੈ, ਇੱਕ ਸੋਸ਼ਲ ਡਿਵੈਲਪਮੈਂਟ ਪ੍ਰੋਜੈਕਟਸ ਨੇ, ਉਹਨਾਂ ਦਾ ਹੀ ਪਾਰਟ ਹੈ। ਨਾਰਥ ਈਸਟ ਏਰੀਆ ਦੇ ਲਈ ਸਪੈਸ਼ਲੀ ਇੱਕ ਅਲੱਗ ਤੋਂ ਸਕੀਮ ਲੈ ਕੇ ਆਉਣ ਦਾ। ਸੋ ਇਹ ਸਕੀਮ ਦਾ ਤੁਸੀਂ ਨਾਮ ਤੇ ਨਾਲ ਇਹਦੇ ਲਈ ਪੈਸਾ ਕਿੰਨਾ ਐਲੋਕੇਟ ਕੀਤਾ ਹੈ, ਇਹ ਦੋ ਚੀਜ਼ਾਂ ਯਾਦ ਰੱਖਣੀਆਂ ਨੇ। ਨੈਕਸਟ ਹੈ ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ। ਸੋ ਇਹ ਹੈਲਥ ਸੈਕਟਰ ਦੇ ਅੰਦਰ COVID-19 ਪੈਂਡੈਮਿਕ ਤੋਂ ਬਾਹਰ ਨਿਕਲ ਕੇ ਆਉਣ ਦੇ ਲਈ ਲੋਕਾਂ ਨੂੰ ਸਪੈਸ਼ਲੀ ਮੈਂਟਲ ਹੈਲਥ ਇਸ਼ੂਜ਼ ਦੇ ਜਿਹੜੇ ਉਹਨਾਂ ਨੂੰ ਟੈਕਲ ਕਰਵਾਉਣ ਦੇ ਲਈ ਇੱਕ ਨਵੀਂ ਪ੍ਰੋਗਰਾਮ ਲਿਆਂਦਾ ਹੈ। ਇਹਦੇ ਅੰਦਰ ਅਲੱਗ-ਅਲੱਗ ਸੈਂਟਰਸ ਖੋਲੇ ਜਾਣਗੇ। ਸੋ ਜਿਹੜੇ ਸੈਂਟਰਸ ਨੇ ਉਰੇ ਲੋਕਾਂ ਨੂੰ ਕਾਉਂਸਲਿੰਗ ਦਿੱਤੀ ਜਾਊਗੀ, ਪ੍ਰੋਪਰ ਸਾਈਕੈਟ੍ਰਿਕ ਦੀ ਜਿੰਨੀ ਵੀ ਹੈਲਪ ਦੀ ਜ਼ਰੂਰਤ ਹੈ ਉਹ ਪ੍ਰੋਵਾਈਡ ਕਰਵਾਈ ਜਾਊਗੀ। ਸੋ ਦ ਪ੍ਰੋਗਰਾਮ ਵੁੱਡ ਕੰਸਿਸਟ ਆਫ ਅ ਨੈਟਵਰਕ ਆਫ 23 ਟੈਲੀ ਮੈਂਟਲ ਹੈਲਥ ਐਕਸੀਲੈਂਸ ਸੈਂਟਰ। ਸੋ ਜਿਹੜਾ 23 ਨੰਬਰ ਹੈ ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕੁੱਲ ਕਿੰਨੇ ਸੈਂਟਰਸ ਹੋਣਗੇ। with NIMHANS serving as the nodal center, International Institute of Information Technology IIT Bangalore providing technology assistant। ਸੋ ਤੁਹਾਨੂੰ ਐਗਜ਼ਾਮ ਵਿੱਚ ਇਹ ਵੀ ਕੁਐਸਚਨ ਬਣ ਕੇ ਆ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਅੰਦਰ ਮੇਨ ਟੈਕਨੋਲੋਜੀ ਅਸਿਸਟੈਂਸ ਕਿਹੜੀ IIT ਪ੍ਰੋਵਾਈਡ ਕਰਵਾ ਰਹੀ ਹੈ। ਸੋ ਯੂ ਮਸਟ ਰਿਮੈਂਬਰ ਇਟ ਇਜ਼ IIT Bangalore। ਨੈਕਸਟ ਹੈ ਸਕਸ਼ਮ ਆਂਗਨਵਾੜੀ। ਸਕਸ਼ਮ ਆਂਗਨਵਾੜੀ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਇਹਦੇ ਅੰਦਰ ਇੱਕ ਨਾਲ ਮਿਲ ਕੇ ਜਿਹੜੀ ਸਕੀਮ ਕੰਮ ਕਰਦੀ ਹੈ। ਇਹ ਹੋਰ ਅੱਗੇ 2 ਲੱਖ ਆਂਗਨਵਾੜੀਜ਼ ਨੂੰ ਆਪਣੀ ਸਪੋਰਟ ਐਕਸਟੈਂਡ ਕਰੂਗੀ। ਸੋ ਇਹ ਹੈ ਆਂਗਨਵਾੜੀ ਨੂੰ ਹੋਰ ਜ਼ਿਆਦਾ ਸਟਰੋਂਗ ਸਕਸ਼ਮ ਬਣਾਉਣ ਦੇ ਲਈ ਸਕੀਮ ਲਾਂਚ ਕੀਤੀ ਹੈ। ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਇਹਦੇ ਅੰਦਰ ਮੇਨਲੀ ਜਿਹੜੇ ਨਾਰਥ ਬਾਰਡਰ ਵਾਲੇ ਪਿੰਡ ਨੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ। ਸੋ ਉੱਥੇ ਡਾਇਰੈਕਟਲੀ ਇੱਕ ਤਾਂ ਰੋਡ ਕਨੈਕਟੀਵਿਟੀ ਨੂੰ ਹੋਰ ਸਟਰੋਂਗ ਕਰਨਾ, ਇੰਫਰਾਸਟ੍ਰਕਚਰ ਦੇ ਉੱਤੇ ਫੋਕਸ ਕਰਨਾ ਹੈ, ਹਾਊਸਿੰਗ, ਟੂਰਿਜ਼ਮ ਸੈਂਟਰ, ਬਾਕੀ ਉੱਥੇ ਦੂਰਦਰਸ਼ਨ ਤੇ ਹੋਰ ਜਿੰਨੇ ਵੀ ਐਜੂਕੇਸ਼ਨਲ ਚੈਨਲਸ ਨੇ ਜਿਨ੍ਹਾਂ ਦੇ ਥਰੂ ਸਰਕਾਰ ਲਰਨਿੰਗ ਪ੍ਰੋਵਾਈਡ ਕਰਵਾ ਰਹੀ ਹੈ ਸਪੈਸ਼ਲੀ ਡਿਊ ਟੂ COVID-19 ਪੈਂਡੈਮਿਕ। ਸੋ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਉੱਥੇ ਤੱਕ ਪਹੁੰਚਾਉਣਾ ਇਸ ਮੇਨ ਪ੍ਰੋਗਰਾਮ ਦਾ ਮਕਸਦ ਹੈ। ਸੋ ਤੁਸੀਂ ਯਾਦ ਰੱਖਣਾ ਹੈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਕਿਹਨੂੰ ਟਾਰਗੇਟ ਕਰ ਰਹੀ ਹੈ, ਵਿਲੇजेस in the northern area especially on the border side। ਲਾਸਟ ਇਜ਼ ਪਰਬਤਮਾਲਾ। ਪਰਬਤਮਾਲਾ ਪ੍ਰੋਜੈਕਟ ਇੰਪਲੀਮੈਂਟ ਕੀਤੀ ਜਾਊਗੀ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਤੇ ਨਾਰਥ ਈਸਟ। ਇਹਦੇ ਨਾਲ ਜਿੰਨੇ ਵੀ ਪਹਾੜੀ ਹਿਲੀ ਏਰੀਆਜ਼ ਨੇ ਉੱਥੇ ਇਨਫਰਾਸਟ੍ਰਕਚਰ ਨੂੰ ਸਟਰੋਂਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਮਾਡਰਨ ਟਰਾਂਸਪੋਰਟੇਸ਼ਨ ਕ੍ਰੀਏਟ ਕੀਤਾ ਜਾਊਗਾ, ਕਨੈਕਟੀਵਿਟੀ ਇਨਫਰਾਸਟ੍ਰਕਚਰ ਇਨ ਦ ਹਿਲਸ ਐਜ਼ ਵੈਲ ਐਜ਼ ਮੇਕ ਵਿਲੇजेस on our borders more alive। ਸੋ ਤੁਸੀਂ ਦੇਖ ਸਕਦੇ ਹੋ ਕਿ ਆਲਮੋਸਟ ਜ਼ਿਆਦਾਤਰ ਜਿਹੜੀ ਬਜਟ ਦੇ ਵਿੱਚੋਂ ਗੱਲਾਂ ਹੋ ਰਹੀਆਂ ਨੇ ਜਾਂ ਜੇ ਆਪਾਂ ਸਕੀਮਸ ਦੀ ਵੀ ਗੱਲ ਕਰੀਏ ਤਾਂ ਤੁਸੀਂ ਇਨਫਰਾਸਟ੍ਰਕਚਰ ਵਰਡ ਬਾਰ-ਬਾਰ ਦੇਖ ਰਹੇ ਹੋ ਕਿਉਂਕਿ ਇਨਫਰਾਸਟ੍ਰਕਚਰ ਹੀ ਮੇਨ ਹਾਈਲਾਈਟ ਹੈ ਇਸ ਸਾਲ ਦੇ ਬਜਟ ਦਾ। ਸੋ ਇਸੇ ਲਈ ਜਿਹੜੀਆਂ ਸਕੀਮਸ ਵੀ ਜ਼ਿਆਦਾਤਰ ਨਿਕਲ ਕੇ ਆ ਰਹੀਆਂ ਨੇ ਜਾਂ ਪੈਸਿਆਂ ਦੀ ਐਲੋਕੇਸ਼ਨ ਹੈ ਉਹ ਸਾਰੀ ਕਿਤੇ ਨਾ ਕਿਤੇ ਇਨਫਰਾਸਟ੍ਰਕਚਰ ਨੂੰ ਹੀ ਸਟਰੋਂਗ ਕਰਨ ਦੇ ਲਈ ਲਿਆਂਦੇ ਗਏ ਹੈ। So you must remember the main highlight of this year's union budget is to make India's infrastructure a world-class modern infrastructure। So this was all about our today's lecture. I hope you liked the video. Please do subscribe to my channel. Keep supporting. Thank you and good luck.